ਜਦੋਂ ਆ ਡੀਐਸਪੀ ਜਿਹੜਾ ਭਿੱਖੀਵਿੰਡ ਵਾਲਾ ਸੀ ਪਰਮਜੀਤ ਸਿੰਘ, ਇਹ ਗਿਆ ਤੇ ਮੈਨੂੰ ਵੀ ਇਸ ਤਰ੍ਹਾਂ ਬੁਲਾਇਆ। ਕਹਿੰਦਾ ਤੁਸੀਂ ਕੀ ਕਰਦੇ ਜੋ? ਕਹਿੰਦਾ ਤੁਸੀਂ ਮੈਨੂੰ ਦਿਓ ਇਹਨੂੰ। ਕਹਿੰਦਾ ਹਰੀਕਿਆਂ ਵਾਲੇ ਦਰਿਆ ਦੀਆਂ ਮੱਛੀਆਂ ਬੜੀਆਂ ਭੁੱਖੀਆਂ ਬੈਠੀਆਂ। ਤੁਸੀਂ ਕੀ ਕਰਦੇ ਜੋ? ਕਹਿੰਦਾ ਤੁਸੀਂ ਮੈਨੂੰ ਦਿਓ ਇਹਨੂੰ। ਕਹਿੰਦਾ ਹਰੀਕਿਆਂ ਵਾਲੇ ਦਰਿਆ ਦੀਆਂ ਮੱਛੀਆਂ ਬੜੀਆਂ ਭੁੱਖੀਆਂ ਬੈਠੀਆਂ। ਹਾਂਜੀ, ਕਦੀ ਮਤਲਬ ਇੱਦਾਂ ਵਿਚਰਦਿਆਂ ਮਤਲਬ ਇਕੱਠੇ ਰਹਿੰਦਿਆਂ ਮਨ 'ਚ ਨਹੀਂ ਆਇਆ ਵੀ ਇਹ ਕਿੰਨਾ ਕੁ ਚਿਰ ਮਤਲਬ ਆਪਾਂ ਇੱਦਾਂ ਹੀ ਵਿਚਰਨਾ, ਜਾਂ ਕਦੀ ਕਿਤੇ ਆਰਾਮ ਦੀ ਜ਼ਿੰਦਗੀ ਜੀਣ ਵਾਲੀ ਕਦੀ ਕੋਈ ਗੱਲ ਸਲਾਹ ਕਦੀ ਕੀਤੀ ਸੀ? ਨਹੀਂ ਵੀਰ ਜੀ, ਇਹ ਸਲਾਹ ਤੇ ਮੈਂ ਇੱਕ ਗੱਲ, ਮੈਂ ਜਦੋਂ ਜਾਣ ਲੱਗਦੇ ਸੀ ਨਾ, ਅਸੀਂ ਜਦੋਂ ਕਿਤੇ ਵੀ ਬਾਹਰ ਇਸ ਤਰ੍ਹਾਂ ਹੁੰਦੇ ਸੀ ਤੇ ਮੈਂ ਇਹ ਗੱਲ ਮੈਂ ਪੁੱਛਦੀ ਸੀ ਵੀ ਮੈਂ ਕਹਿੰਦੀ ਸੀ ਤੁਸੀਂ ਵਾਪਸ ਵੀ ਮਤਲਬ ਕਦੋਂ ਆਓਗੇ? ਤੇ ਮੈਨੂੰ ਕਹਿੰਦੇ ਸੀ ਇਹ ਗੱਲ ਨਾ ਮੈਨੂੰ ਪੁੱਛਿਆ ਕਰ। ਇਹਨਾਂ ਨੇ ਫਿਰ ਅੱਗੇ ਉਹਨੂੰ, ਇਹਨਾਂ ਕੋਲ ਪਿਸਟਲ ਸੀ ਤੇ ਇਹਨਾਂ ਨੇ ਗੋਲੀ ਮਾਰ ਦਿੱਤੀ ਉਹਨੂੰ। ਉਹਨੇ ਕਿਹਾ ਵੀ ਮੈਂ ਨਾ ਜਿਹੜਾ ਤਰਨਤਾਰਨ ਵਾਲੇ ਵੀ ਐਸਐਸਪੀ ਆ ਨਾ, ਮੈਂ ਉਹਨੂੰ ਦੱਸ ਚੁੱਕਾ ਆ ਵੀ ਮੈਂ ਵੀ ਪਾੜੇ ਦੀ ਵੀ ਘਰ ਦੀ ਨੂੰ ਫੜ ਲਿਆ ਆ। ਕਰੰਟ ਲਗਾਏ, ਮਾਰਿਆ, ਕੁੱਟਿਆ, ਸਾਰਾ ਕੁਝ ਹੀ ਉਹਨਾਂ ਨੇ ਕੀਤਾ ਜੋ ਕਰਨਾ ਸੀ। ਜਦੋਂ ਆ ਡੀਐਸਪੀ ਜਿਹੜਾ ਭਿੱਖੀਵਿੰਡ ਵਾਲਾ ਸੀ ਪਰਮਜੀਤ ਸਿੰਘ, ਇਹ ਗਿਆ ਤੇ ਮੈਨੂੰ ਵੀ ਇਸ ਤਰ੍ਹਾਂ ਬੁਲਾਇਆ। ਕਹਿੰਦਾ ਤੁਸੀਂ ਕੀ ਕਰਦੇ ਜੋ? ਕਹਿੰਦਾ ਤੁਸੀਂ ਮੈਨੂੰ ਦਿਓ ਇਹਨੂੰ। ਕਹਿੰਦਾ ਹਰੀਕਿਆਂ ਵਾਲੇ ਦਰਿਆ ਦੀਆਂ ਮੱਛੀਆਂ ਬੜੀਆਂ ਭੁੱਖੀਆਂ ਬੈਠੀਆਂ, ਤੁਸੀਂ ਕਹਿੰਦਾ ਇਹਨੂੰ ਕਿਉਂ ਨਹੀਂ ਮਾਰਦੇ? ਤੇ ਇੱਕ ਵਾਰ ਆਏ ਗਏ ਤੇ ਇਹਨਾਂ ਨੂੰ ਐਸਐਸਪੀ ਨੇ ਬਹੁਤ ਇਹਨਾਂ ਨੂੰ ਗਾਲਾਂ ਕੱਢੀਆਂ। ਅਸੀਂ ਤੁਹਾਨੂੰ ਵਿਆਹ ਕਰਨ ਲਈ ਵੈਸੇ ਕਹਿੰਦੇ ਰਹੇ ਪੁਲਿਸ ਅਫਸਰ? ਹਾਂ ਵੀਰ ਜੀ, ਮੈਨੂੰ ਕਹਿੰਦੇ ਸੀ ਵੀ ਤੂੰ ਮਤਲਬ ਭਗੌੜੀ ਹੋ ਜਾਣਾ, ਤੂੰ ਘਰ ਨਹੀਂ ਰਹਿਣਾ। ਕਹਿੰਦੇ ਵੀ ਐਮਐਲਏ ਸਾਹਿਬ ਵੀ ਇਹ ਦੇਖ ਲਓ, ਕਦੀ ਅਨਾਰ ਸਿੰਘ ਪਾੜਾ ਵੀ ਮਤਲਬ ਸਾਨੂੰ ਮਾਰ ਕੇ ਸਾਡੀਆਂ ਜ਼ਿੰਮੇਵਾਰੀਆਂ ਚੁੱਕਦਾ ਸੀ, ਤਾਂ ਅੱਜ ਅਨਾਰ ਸਿੰਘ ਪਾੜੇ ਦੀ ਜ਼ਿੰਮੇਵਾਰੀ ਤਾਂ ਅਸੀਂ ਚੱਕਣ ਲੱਗੇ। ਅੱਛਾ। ਤੇ ਉਹਨਾਂ ਨੇ ਨਹੀਂ ਕੀਤੇ ਸਹਿਨ। ਅੱਛਾ। ਤੇ ਫਿਰ ਮੈਨੂੰ ਇੱਕ ਦਿਨ ਖੂਬੀ ਰਾਮ ਕਹਿੰਦਾ, ਬੁਲਾ ਲਿਆ ਮੈਨੂੰ ਕਹਿੰਦਾ ਜੇ ਤੈਨੂੰ ਮਾਰ ਦਈਏ ਤੇ ਤੇਰੀ ਕੋਈ ਆਖਰੀ ਖਾਹਿਸ਼। ਮੈਨੂੰ ਕਹਿੰਦਾ ਜੇ ਤੈਨੂੰ ਮਾਰ ਦਈਏ ਤੇ ਤੇਰੀ ਕੋਈ ਆਖਰੀ ਖਾਹਿਸ਼ ਤੇ ਤੇਰੇ ਮਨ ਦੀ। ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਜੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਾਲੀਆ ਸਕੱਤਰਾ 'ਚ। ਇੱਥੋਂ ਦਾ ਇੱਕ ਨੌਜਵਾਨ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਖਾੜਕੂ ਸਫਾਂ ਦਾ ਬਹੁਤ ਵੱਡਾ ਤੇ ਚਰਚਿਤ ਨਾਂ ਸੀ ਔਰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਉੱਚ ਕੋਟੀ ਦੇ ਖਾੜਕੂਆਂ ਦੇ ਵਿੱਚੋਂ ਇੱਕ ਸੀ। ਉਸ ਪਰਿਵਾਰ ਦੇ ਬਾਰੇ ਅੱਜ ਆਪ ਜੀ ਨੂੰ ਜਾਣਕਾਰੀ ਦੇਣ ਲਈ ਅਸੀਂ ਇੱਥੇ ਪਹੁੰਚੇ ਹਾਂ ਜੀ, ਔਰ ਗੱਲ ਕਰਦੇ ਹਾਂ ਜੀ ਉਹਨਾਂ ਦੀ ਧਰਮ ਪਤਨੀ ਬੀਬੀ ਹਰਜੀਤ ਕੌਰ ਦੇ ਨਾਲ ਕਿ ਕਿਵੇਂ ਇਹ ਆਨੰਦ ਕਾਰਜ ਹੋਇਆ, ਕਿਵੇਂ ਉਹ ਸੰਘਰਸ਼ ਦੇ ਦਿਨਾਂ 'ਚ ਵਿਚਰੇ, ਉਹਨਾਂ ਦੀ ਸ਼ਹਾਦਤ ਕਿੱਥੇ ਹੋਈ, ਕਿਉਂ ਹੋਈ, ਕਿਵੇਂ ਹੋਈ, ਉਸ ਤੋਂ ਬਾਅਦ ਕਿਵੇਂ ਹੁਣ ਤੱਕ ਦੀ ਜ਼ਿੰਦਗੀ ਗੁਜ਼ਰੀ ਆ। ਆਓ ਤੁਹਾਨੂੰ ਗੱਲ ਕਰਾਉਂਦੇ ਹਾਂ ਜੀ, ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜੀ ਬੀਬੀ ਹਰਜੀਤ ਕੌਰ ਜੀ ਨਾਲ, ਧਰਮ ਪਤਨੀ ਸ਼ਹੀਦ ਭਾਈ ਅਨਾਰ ਸਿੰਘ ਪਾੜਾ। ਇਹ ਆ ਜੀ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਦਾ ਘਰ। ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਏਡਾ ਵੱਡਾ ਨਾਂ ਕਿ ਅੱਜ ਜਦੋਂ ਵੀ ਕਿਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵੱਡੇ ਸਿੰਘਾਂ ਦੇ ਨਾਂ ਦਾ ਜ਼ਿਕਰ ਆਉਂਦਾ ਤੇ ਅਨਾਰ ਸਿੰਘ ਪਾੜਾ ਦਾ ਜ਼ਿਕਰ ਜਿਹੜਾ ਉਹ ਬਿਲਕੁਲ ਉਹਦੇ ਵਿੱਚ ਆਉਂਦਾ। ਔਰ ਬਾਰਡਰ ਦੇ ਕੰਢੇ 'ਤੇ ਇਹ ਪਿੰਡ ਔਰ ਬਾਰਡਰ ਤੋਂ ਜਿੰਨਾ ਵੀ ਸਮਾਨ ਆਉਂਦਾ ਰਿਹਾ, ਇਕੱਲਾ ਲਿਬਰੇਸ਼ਨ ਫੋਰਸ ਦਾ ਨਹੀਂ, ਹੋਰ ਵੀ ਜਥੇਬੰਦੀਆਂ ਦਾ, ਉਹਦੇ ਵਿੱਚ ਅਨਾਰ ਸਿੰਘ ਪਾੜਾ ਜਿਹੜਾ ਵਾ ਉਹਦਾ ਬੜਾ ਅਹਿਮ ਰੋਲ ਰਿਹਾ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਰਾਈਟ ਹੈਂਡ ਸਮਝਿਆ ਜਾਣ ਵਾਲਾ ਅਨਾਰ ਸਿੰਘ ਪਾੜਾ। ਔਰ ਘਰ ਦੇ ਹਾਲਾਤ ਵੇਖ ਕੇ ਮੈਂ ਹੈਰਾਨ ਰਹਿ ਗਿਆ, ਦੰਗ ਰਹਿ ਗਿਆ ਕਿ ਐਡਾ ਵੱਡਾ ਨਾਂ ਤੇ ਤੁਹਾਡੇ ਸਾਹਮਣੇ ਜੇ ਸਾਰਾ ਘਰ ਦੇ ਹਾਲਾਤ। ਇਹ ਬਾਥਰੂਮ ਵੇਖ ਲਓ ਇਹਨਾਂ ਦਾ ਜੀ, ਜਿਹਦੇ ਦਰਵਾਜ਼ੇ ਵੀ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਵੀ ਸ਼ਾਇਦ ਸਪੈਦੇ ਦੇ ਹੀ ਬਣੇ ਆ।
ਉੱਪਰ ਟੀਨ ਦੀ ਛੱਤ ਹੈ। ਸਾਰਾ ਵਿਹੜਾ ਤੁਸੀਂ ਵੇਖ ਰਹੇ ਹੋ ਬਿਲਕੁਲ ਹੀ ਕੱਚਾ। ਔਰ ਅੱਜ ਕੱਲ੍ਹ ਸ਼ਾਇਦ ਹੀ ਕਦੀ ਕਿਤੇ ਵੀਡੀਓ ਦੇ ਵਿੱਚ ਜਾਂ ਕਿਤੇ ਪੁਰਾਣੀਆਂ ਫਿਲਮਾਂ ਦੇ ਵਿੱਚ ਕਿਤੇ ਕੱਚੀਆਂ ਕੰਧਾਂ ਵਾਲਾ ਘਰ ਤੁਸੀਂ ਵੇਖਿਆ ਹੋਵੇਗਾ, ਪਰ ਇਸ ਖਾੜਕੂ ਦੇ ਘਰ ਦੀਆਂ ਕੰਧਾਂ ਵੀ ਮਿੱਟੀ ਦੀਆਂ ਜੀ। ਆਓ ਜੀ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਬੀਬੀ ਹਰਜੀਤ ਕੌਰ ਦੇ ਨਾਲ, ਜੋ ਕਿ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਦੀ ਧਰਮ ਪਤਨੀ, ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਉਹਨਾਂ ਦੇ ਨਾਲ ਰਹਿ ਕੇ ਵੀ ਵੇਖਿਆ ਵਾਚਿਆ, ਤੇ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਪੁਲਿਸ ਹਿਰਾਸਤ ਦੇ ਵਿੱਚ ਵੀ ਬਹੁਤ ਸਾਰੇ ਜ਼ੁਲਮ ਤਸ਼ੱਦਦ ਸਹੇ ਵੀ ਆ ਤੇ ਆਪਣੇ ਅੱਖੀਂ ਵੇਖੇ ਵੀ ਆ। ਸਾਰੇ ਸੰਘਰਸ਼ ਦੀ ਦਾਸਤਾਂ ਇਹਨਾਂ ਨਾਲ ਸਾਂਝੀ ਕਰਦੇ ਹਾਂ, ਤੇ ਆਓ ਤੁਹਾਨੂੰ ਮਿਲਵਾਉਂਦੇ ਹਾਂ ਜੀ ਸਤਿਕਾਰਯੋਗ ਬੀਬੀ ਹਰਜੀਤ ਕੌਰ ਨਾਲ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਭੈਣ ਜੀ ਅਸੀਂ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਦੇ ਬਾਰੇ, ਉਹਨਾਂ ਦੇ ਸ਼ੁਰੂਆਤੀ ਜੀਵਨ ਬਾਰੇ, ਜਦੋਂ ਤੁਸੀਂ ਉਹਨਾਂ ਦੀ ਜੀਵਨ ਸਾਥਣ ਬਣੇ ਹੋ ਉਦੋਂ ਤੋਂ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ। ਹਾਂਜੀ ਵੀਰ ਜੀ, ਮੇਰੀ ਮਤਲਬ ਜਿਹੜੀ ਮੈਰਿਜ ਹੈ ਉਹ 16 ਫਰਵਰੀ 1991 ਨੂੰ ਉਹਨਾਂ ਦੇ ਨਾਲ ਹੋਈ ਜੀ। ਤੇ ਉਸ ਤੋਂ ਬਾਅਦ ਜਿਹੜਾ ਵੀ ਮੇਰਾ ਸਫ਼ਰ ਜ਼ਿੰਦਗੀ ਦਾ, ਫਿਰ ਅਸੀਂ ਜੋ 1.5 ਸਾਲ ਅਸੀਂ ਇਕੱਠਿਆਂ ਨੇ ਮਤਲਬ ਸੰਘਰਸ਼ ਦੇ ਵਿੱਚ ਬਿਤਾਇਆ। ਮਤਲਬ ਵਿਆਹ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਵੀ ਇਹ ਭਗੌੜੇ ਹੀ ਸੀਗੇ? ਹਾਂਜੀ, ਵਿਆਹ ਤੋਂ ਵੀਰ ਜੀ ਪਤਾ, ਪਹਿਲਾਂ ਇਹ 88 ਦੇ ਵਿੱਚ ਭਗੌੜੇ ਹੋਏ ਸੀ। ਅੱਛਾ। ਤੇ ਮਤਲਬ ਕਾਫੀ ਇਹਨਾਂ ਦਾ ਨਾਮ ਸੀ ਉਸ ਟਾਈਮ ਤੇ ਜਦੋਂ ਮੇਰੀ ਮੈਰਿਜ ਹੋਈ ਇਹਨਾਂ ਦੇ ਨਾਲ। ਤੇ ਇਹ ਮੈਰਿਜ ਵੀ ਮੇਰੇ ਮਾਮਾ ਜੀ ਭਗੌੜੇ ਸੀ ਤੇ ਉਹਨਾਂ ਦੇ ਰਾਹੀਂ ਹੋਈ, ਤੇ ਮੇਰਾ ਵੀ ਇੱਕ ਮਨ ਸੀ ਕਿ ਮੈਂ ਵੀ ਮਤਲਬ ਸੰਘਰਸ਼ ਦੇ ਵਿੱਚ ਸੇਵਾ ਕਰਾਂ। ਅੱਛਾ। ਤੇ ਇਸ ਕਰਕੇ ਇਹ ਮੈਰਿਜ ਮਤਲਬ ਸਾਡੇ ਮਤਲਬ ਪਰਿਵਾਰ ਦੀ ਸਹਿਮਤੀ ਦੇ ਨਾਲ ਹੀ ਹੋਈ। ਅੱਛਾ, ਇੱਕ ਗੱਲ ਮੈਂ ਭੈਣ ਜੀ ਜ਼ਰੂਰ ਤੁਹਾਡੇ ਨਾਲ ਕਰਨੀ ਚਾਹਾਂਗਾ ਕਿ ਬਹੁਤ ਸਾਰੀਆਂ ਲੜਕੀਆਂ ਦੇ ਨਾਲ ਜਾਂ ਸ਼ਹੀਦ ਸਿੰਘਾਂ ਦੀਆਂ ਪਤਨੀਆਂ ਦੇ ਨਾਲ ਵੀ ਜਿਸ ਸਾਨੂੰ ਜਦੋਂ ਮੌਕਾ ਮਿਲਦਾ ਉਹਨਾਂ ਦੇ ਵਿਚਾਰ ਜਾਣਨ ਦਾ, ਤੇ ਸੱਚਮੁੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਇਹ ਸੰਘਰਸ਼ੀ ਯੋਧਿਆਂ ਦੇ ਨਾਲ ਜੀਵਨ ਜੀਣ ਦਾ ਫੈਸਲਾ ਲਿਆ ਹੁੰਦਾ। ਕੀ ਕਾਰਨ, ਕੀ ਅਟਰੈਕਟ ਕਰਦਾ ਹੈ ਉਹਨਾਂ ਦੀ ਦਲੇਰੀ ਜਾਂ ਉਹਨਾਂ ਦਾ ਕੌਮ ਦੇ ਨਾਲ ਪ੍ਰੇਮ, ਜਾਂ ਜਦੋਂ ਕਿ ਇਹ ਗੱਲ ਪਤਾ ਹੁੰਦਾ ਕਿ ਜਿਹੜਾ ਸੰਘਰਸ਼ ਦੇ ਵਿੱਚ ਐਡਾ ਨਾਂ ਬਣ ਗਿਆ, ਇਹ ਲੰਬੀ ਜ਼ਿੰਦਗੀ ਜੀਣ ਵਾਲੇ ਨਹੀਂ ਹੁੰਦੇ, ਫਿਰ ਵੀ ਤੁਸੀਂ ਫੈਸਲਾ ਲਿਆ ਉਹਨਾਂ ਦੇ ਨਾਲ ਜੀਵਨ ਜੀਣ ਦਾ? ਹਾਂਜੀ ਵੀਰ ਜੀ, ਮੇਰੇ ਨਾ ਮਤਲਬ ਸ਼ੁਰੂ ਤੋਂ ਹੀ, ਜਿਵੇਂ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਦੋਂ ਮੇਰੀ ਉਮਰ ਕੋਈ 10-12 ਸਾਲ ਦੀ ਸੀ, ਤੇ ਮੈਨੂੰ ਮਤਲਬ ਸਾਰਾ ਪਤਾ ਹੈ ਮੈਨੂੰ ਵੀ ਜਿਸ ਤਰ੍ਹਾਂ ਵੀ ਉਹ ਜੋ ਵੀ ਹੋਇਆ। ਤੇ ਉਸ ਅਟੈਕ ਦੇ ਵਿੱਚ ਮੇਰੇ ਮਤਲਬ ਜਿਹੜੇ ਮੰਮੀ ਸੀ ਉਹਨਾਂ ਦੇ ਮਾਮਾ ਜੀ ਸੀ ਗਿਆਨੀ ਮੋਹਰ ਸਿੰਘ। ਹਾਂਜੀ, ਬੜਾ ਵੱਡਾ ਨਾਂ ਜੀ ਉਹਨਾਂ ਦਾ, ਬੜਾ ਸਤਿਕਾਰਯੋਗ ਨਾਂ। ਹਾਂਜੀ, ਉਹਨਾਂ ਨੇ ਮਤਲਬ ਪਰਿਵਾਰ ਸਮੇਤ ਉੱਥੇ ਸ਼ਹੀਦੀ ਪਾਈ ਸੀ, ਤੇ ਉਹ ਅਸੀਂ ਉਹਨਾਂ ਦੀਆਂ ਮਤਲਬ ਸ਼ਹੀਦੀ ਦੀਆਂ ਗੱਲਾਂ ਆਪਣੇ ਪਰਿਵਾਰ ਦੇ ਵਿੱਚ ਸੁਣਦੇ ਸੀ। ਤੇ ਉਸ ਤਰ੍ਹਾਂ ਵੀ ਇਸ ਚੀਜ਼ ਦਾ ਵੀ ਮਨ ਤੇ ਬੜਾ ਦੁੱਖ ਸੀ ਵੀ ਇਹ ਜਿਹੜਾ ਮਤਲਬ ਭਾਰਤ ਸਰਕਾਰ ਨੇ ਐਡਾ ਸਾਡੇ ਮਤਲਬ ਵੱਡੇ ਉੱਚੇ ਸਥਾਨ ਤੇ ਐਡਾ ਵੱਡਾ ਹਮਲਾ ਕੀਤਾ, ਤੇ ਕਿਉਂ ਕੀਤਾ। ਤੇ ਮਤਲਬ ਵੀ ਇਸ ਰੋਸ ਦੇ ਵਿੱਚ ਵੀ ਮਨ ਨੂੰ ਵੀ ਬੜਾ ਦੁੱਖ ਜਿਹਾ ਵੀ ਮਹਿਸੂਸ ਹੁੰਦਾ ਸੀ। ਉਸ ਤੋਂ ਬਾਅਦ ਜਿਵੇਂ ਮਾਮਾ ਜੀ ਹੋਰੀ ਇਸੇ ਲਾਈਨ 'ਚ ਨਾਲ ਚੱਲੇ, ਜਿਹੜਾ ਬਖਸ਼ੀਸ਼ ਸਿੰਘ ਕਲਯੁਗ, ਉਹ ਮੇਰੇ ਮਾਮਾ ਜੀ ਸੀ। ਤੇ ਉਹਨਾਂ ਦਾ ਉਹੋ ਹੀ ਜਿਹੜੀ ਮਨ ਨੂੰ ਜਿਵੇਂ ਅੰਦਰ ਵੀ ਸਿੱਖੀ ਪ੍ਰਤੀ ਦਿਨੋਂ ਦਿਨ ਮਤਲਬ ਪਿਆਰ ਵੱਧਦਾ ਗਿਆ, ਤੇ ਸੰਘਰਸ਼ ਦੇ ਨਾਲ ਵੀ ਮੇਰਾ ਵੀ ਮਨ ਕੀਤਾ ਕਿ ਮੈਂ ਵੀ ਇਸ ਸੰਘਰਸ਼ ਦੇ ਵਿੱਚ ਵੀ ਸੇਵਾ ਕਰਾਂ। ਇਹ ਮੇਰਾ ਆਪਣੇ ਮਨ ਦਾ ਫੈਸਲਾ ਸੀ। ਤੇ ਜਿਵੇਂ ਜਿਸ ਤਰ੍ਹਾਂ ਇੱਕ ਮੇਰੇ ਮਾਮਾ ਜੀ ਜਿਹੜੇ ਬਖਸ਼ੀਸ਼ ਸਿੰਘ ਸੀ ਨਾ, ਉਹਨੂੰ ਕਾਫੀ ਵਾਰਾਂ ਪੁਲਿਸ ਨੇ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ, ਕਿਉਂਕਿ ਅਸੀਂ ਸਭ ਨੂੰ ਪਤਾ ਕਿ ਅਸੀਂ ਹਿੰਦੂ, ਮੇਰੀ ਜਿਹੜੀ ਫੈਮਿਲੀ ਆ, ਅੱਛਾ, ਅਸੀਂ ਹਿੰਦੂ ਪਰਿਵਾਰ ਆ। ਅੱਛਾ, ਮੇਰਾ ਜਿਹੜਾ ਮਤਲਬ ਪੇਕਾ ਪਰਿਵਾਰ ਆ। ਤੇ ਜਿਹੜੇ ਮੇਰੇ ਮਾਮਾ ਜੀ ਸੀ ਜਦੋਂ 84 ਦੇ ਵਿੱਚ ਅਟੈਕ ਹੋਇਆ, ਤੇ ਜਿਹੜੇ ਉਹ ਮੋਹਰ ਸਿੰਘ ਸੀ ਉਹ ਉਹਨਾਂ ਦੇ ਮਾਮਾ ਜੀ ਸੀ। ਤੇ ਉਹਨਾਂ ਨੂੰ ਇਸ ਚੀਜ਼ ਦਾ ਵੀ ਜਿਵੇਂ ਉਹਨਾਂ ਤੋਂ ਸਾਡੇ ਘਰ ਦੇ ਵਿੱਚੋਂ ਜਿਹੜੀ ਇਹ ਸੰਘਰਸ਼ ਦੀ ਲੈਣ ਤੁਰੀ, ਇਹ ਮੋਹਰ ਸਿੰਘ ਤੋਂ ਚੱਲੀ ਹੈ। ਮਤਲਬ ਸ਼ਹੀਦ ਭਾਈ ਮੋਹਰ ਸਿੰਘ ਜੀ ਤੋਂ ਚਿਣਕ ਲੱਗੀ ਸ਼ਹਾਦਤ। ਹਾਂਜੀ, ਕਿਉਂਕਿ ਉਹਨਾਂ ਦੀ ਦਲੇਰੀ ਦੀਆਂ ਗੱਲਾਂ ਸੁਣਨੀਆਂ। ਹਾਂਜੀ, ਗੱਲਾਂ ਸੁਣ ਕੇ, ਤੇ ਉੱਥੋਂ ਹੀ ਸਾਡੇ ਪਰਿਵਾਰ ਦੇ ਵਿੱਚ ਮਤਲਬ ਇਹ ਸਾਰਾ ਕੁਝ ਸ਼ੁਰੂ ਹੋਇਆ। ਅੱਛਾ, ਸੰਘਰਸ਼ ਦੇ ਵਿੱਚ
ਤੁਸੀਂ ਚੁਣ ਲਿਆ ਕਿ ਮੈਨੂੰ ਇਸ ਤਰ੍ਹਾਂ ਦਾ ਹੀ ਕੋਈ ਸੰਘਰਸ਼ੀ ਜੀਵਨ ਸਾਥੀ ਚਾਹੀਦਾ ਤੇ ਫਿਰ ਤੁਸੀਂ ਉਹਨਾਂ ਦੇ ਨਾਲ ਫੀਲਡ 'ਚ ਵੀ ਵਿਚਰਦੇ ਰਹੇ ਕਿਉਂਕਿ ਉਹ ਤੇ ਭਗੌੜੇ ਹੀ ਸੀਗੇ ਕਦੀ ਕਿਤੇ ਹਾਂਜੀ ਵੀਰ ਜੀ, ਮੈਂ ਜਦੋਂ ਮੇਰੀ ਮੈਰਿਜ ਹੋ ਗਈ ਆ ਤੇ ਉਸ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਹੀ 1.5 ਸਾਲ ਨਾ ਤੇ ਮੈਂ ਇੱਥੇ ਕਾਲੀਆ ਸੰਗਤਰਾ ਵਿੱਚ ਹੀ ਆਈ। ਇੱਥੇ ਮੈਂ ਪੁਲਿਸ ਨੇ ਜਦੋਂ ਮੈਨੂੰ ਛੱਡਿਆ ਉਸ ਤੋਂ ਬਾਅਦ ਮੈਂ ਪਹਿਲੀ ਵਾਰ ਇਸ ਘਰ ਦੇ ਵਿੱਚ ਆਈ। ਅੱਛਾ। ਉਨੀ ਦੇਰ ਤੱਕ ਮੈਂ ਮਤਲਬ 1.5 ਸਾਲ ਤੱਕ ਉਹ ਬਾਅਦ ਦੇ ਵਿੱਚ ਰਹੇ, ਅਸੀਂ ਇਕੱਠੇ ਰਹੇ ਆ ਤੇ 1.5 ਸਾਲ ਹੀ ਮੈਂ ਉਹਨਾਂ ਦੇ ਨਾਲ ਹੀ ਰਹੀ ਆ। ਠੀਕ ਹੈ। ਹਾਂਜੀ। ਮਤਲਬ ਕਈ ਵਾਰੀ ਨਾਲ ਰਹਿੰਦਿਆਂ ਪੁਲਿਸ ਮੁਕਾਬਲੇ ਵੀ ਵੇਖੇ ਹਾਂ ਨਹੀਂ ਵੀਰ ਜੀ, ਮੇਰਾ ਉਹਨਾਂ ਦੇ ਨਾਲ ਰਹਿੰਦਿਆਂ ਕੋਈ ਮੁਕਾਬਲਾ ਨਹੀਂ ਹੋਇਆ। ਉਹਨਾਂ ਦੇ ਮੁਕਾਬਲੇ ਹੁੰਦੇ ਸੀ ਤੇ ਉਹ ਮਤਲਬ ਉਹ ਤਾਂ ਪਤਾ ਹੀ ਆ ਕਿ ਕਿਉਂਕਿ ਉਹ ਜੋ ਉਹਨਾਂ ਦਾ ਮਨ ਕਰਦਾ ਸੀ ਉਹ ਕਰਦੇ ਸੀ। ਹਾਂਜੀ। ਕਦੀ ਮਤਲਬ ਇਦਾਂ ਵਿਚਰਦਿਆਂ ਮਤਲਬ ਇਕੱਠੇ ਰਹਿੰਦਿਆਂ ਮਨ 'ਚ ਨਹੀਂ ਆਇਆ ਵੀ ਇਹ ਕਿੰਨਾ ਕੁ ਚਿਰ ਮਤਲਬ ਆਪਾਂ ਇਦਾਂ ਹੀ ਵਿਚਰਨਾ ਜਾਂ ਕਦੀ ਕਿਤੇ ਆਰਾਮ ਦੀ ਜ਼ਿੰਦਗੀ ਜੀਣ ਵਾਲੀ ਕਦੀ ਕੋਈ ਗੱਲ ਸਲਾਹ ਕਦੀ ਕੀਤੀ ਸੀ? ਨਹੀਂ ਵੀਰ ਜੀ, ਇਹ ਸਲਾਹ ਤੇ ਮੈਂ ਇੱਕ ਗੱਲ ਮੈਂ ਜਦੋਂ ਜਾਣ ਲੱਗਦੇ ਸੀ ਨਾ, ਅਸੀਂ ਜਦੋਂ ਕਿਤੇ ਵੀ ਬਾਹਰ ਇਸ ਤਰ੍ਹਾਂ ਹੁੰਦੇ ਸੀ ਤੇ ਮੈਂ ਇਹ ਗੱਲ ਮੈਂ ਪੁੱਛਦੀ ਸੀ ਵੀ ਮੈਂ ਕਹਿੰਦੀ ਸੀ ਤੁਸੀਂ ਵਾਪਸ ਵੀ ਮਤਲਬ ਕਦੋਂ ਆਓਗੇ ਤੇ ਮੈਨੂੰ ਕਹਿੰਦੇ ਸੀ ਇਹ ਗੱਲ ਨਾ ਮੈਨੂੰ ਪੁੱਛਿਆ ਕਰ ਵੀ ਵਾਪਸ ਕਦੋਂ ਆਉਣਾ, ਵੀ ਵਾਪਸ ਸ਼ਾਇਦ ਵੀ ਨਾ ਆਈਏ ਜਾਂ ਨਾ ਆਈਏ, ਇਹ ਚੀਜ਼ ਨੂੰ ਨਹੀਂ ਮਤਲਬ ਪੁੱਛਣਾ ਵੀ ਹੋ ਸਕਦਾ ਕਿ ਵਾਪਸ ਨਾ ਹੀ ਆਈਏ ਤੇ ਜੇ ਆ ਗਏ ਤਾਂ ਫਿਰ ਆ ਹੀ ਜਾਵਾਂਗੇ, ਇਹ ਚੀਜ਼ ਸੀ। ਤੇ ਨਹੀਂ ਗੱਲ ਇਹਦੇ 'ਚ ਬਿਲਕੁਲ ਕੋਈ ਸ਼ੱਕ ਵਾਲੀ ਨਹੀਂ ਭਈ ਇੱਕ ਸਿੰਘ ਜਦੋਂ ਸੰਘਰਸ਼ ਦੇ ਰਸਤੇ 'ਤੇ ਚੱਲਦਾ ਤੇ ਪੈਰ ਤੇ ਦੁਸ਼ਮਣਿਆਂ, ਸਰਕਾਰ ਦੁਸ਼ਮਣਿਆਂ, ਪ੍ਰਸ਼ਾਸਨ ਦੁਸ਼ਮਣਿਆਂ, ਆਪਣਿਆਂ ਵਰਗੇ ਚਿਹਰੇ ਜਿਹੜੇ ਵਿੱਚ ਵੜ ਕੇ ਵੀ ਤੁਰੇ ਫਿਰਦੇ ਸੀਗੇ ਉਹ ਵੀ ਦੁਸ਼ਮਣ ਸੀ ਤੇ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਇਹ ਗੱਲ ਕਹਿਣੀ ਵੀ ਮੈਂ ਵਾਪਸੀ ਦੀ ਤੇ ਕੋਈ ਗਰੰਟੀ ਨਹੀਂ ਸੀ ਵੀ ਘਰੋਂ ਨਿਕਲ ਗਏ ਆ, ਪਤਾ ਨਹੀਂ ਕਿੱਥੇ ਕੀ ਭਾਣਾ ਵਾਪਰ ਜਾਣਾ ਤੇ ਮੁਸ਼ਕਲ ਤੇ ਫਿਰ ਨੈਚੁਰਲੀ ਸੀਗੀ ਵੀ ਬੜੀ। ਇੱਕ ਗੱਲ ਵੀ ਪਿੰਡ ਤੁਹਾਡਾ ਬਿਲਕੁਲ ਬਾਰਡਰ ਦੇ ਕੰਢੇ ਦੇ ਉੱਤੇ ਆ, ਤੁਹਾਡਾ ਸਹੁਰਾ ਪਿੰਡ ਕਾਲੀਆ ਸਕੱਤਰਾ। ਹਾਂਜੀ। ਤੇ ਭਾਈ ਅਨਾਰ ਸਿੰਘ ਪਾੜਾ ਬਾਰੇ ਸਾਨੂੰ ਜਿਹੜੀ ਜਾਣਕਾਰੀ ਮਿਲੀ ਆ ਕਿ ਲਿਬਰੇਸ਼ਨ ਫੋਰਸ ਦਾ ਜਿੰਨਾ ਵੀ ਸੌਦਾ ਸਮਾਨ ਆਉਂਦਾ ਸੀਗਾ ਉਹਦੇ ਵਿੱਚ ਬੜੀ ਵੱਡੀ ਭੂਮਿਕਾ ਸੀ ਅਨਾਰ ਸਿੰਘ ਪਾੜਾ ਦੀ। ਹਾਂਜੀ ਹਾਂਜੀ ਵੀਰ ਜੀ, ਇਹਨਾਂ ਦੀ ਮਤਲਬ ਇਸ ਕੰਮ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਵੀ ਮਤਲਬ ਭੂਮਿਕਾ ਸੀ। ਜਿਵੇਂ ਪਹਿਲੇ ਇਹ ਜਿਵੇਂ ਮਤਲਬ ਭਾਈ ਗੁਰਦੀਪ ਸਿੰਘ ਵਕੀਲ ਮਨਿਆਲਾ ਤੇ ਮਤਲਬ ਜਿਵੇਂ ਅਵਤਾਰ ਸਿੰਘ ਬ੍ਰਹਮਾ ਜੀ ਤੇ ਇਹ ਉਹਨਾਂ ਦਾ ਇਹਨਾਂ ਨੇ ਸਾਥ ਮਾਣਿਆ। ਠੀਕ। ਤੇ ਇਸ ਕਰਕੇ ਇਹਨਾਂ ਨੂੰ ਇੱਕ ਬਾਰਡਰ ਤੇ ਪਿੰਡ ਸੀ ਤੇ ਬਾਰਡਰ ਦੇ ਨੇੜੇ ਹੋਣ ਦਾ ਕਰਕੇ ਇਹਨਾਂ ਨੂੰ ਬਾਰਡਰ ਤੇ ਸਾਰਾ ਪਤਾ ਸੀ ਤੇ ਇਹ ਤੇ ਉਸ ਸਮੇਂ ਦੇ ਵਿੱਚ ਦੱਸਦੇ ਹੁੰਦੇ ਸੀ ਵੀ ਇੱਕ ਰਾਤ ਦੇ ਵਿੱਚ ਅਸੀਂ 4 ਗੇੜੇ ਵੀ ਅਸੀਂ ਲਾਉਂਦੇ ਰਹੇ ਤੇ ਬਹੁਤ ਇਹਨਾਂ ਨੇ ਮਤਲਬ ਸਾਰੀਆਂ ਜਥੇਬੰਦੀਆਂ ਨੂੰ ਇਹਨਾਂ ਨੇ ਸਮਾਨ ਸਪਲਾਈ ਕੀਤਾ ਤੇ ਇਸ ਕਰਕੇ ਜਿਹੜੇ ਗੁਰਜੰਟ ਸਿੰਘ ਬੋਧ ਸਿੰਘ ਵਾਲਾ ਸੀ ਉਹ ਵੀ ਇਹਨਾਂ ਦੇ ਨਾਲ ਬਹੁਤ ਪਿਆਰ ਕਰਦੇ। ਇਸ ਇਲਾਕੇ ਦੇ ਵਿੱਚ ਵਿਚਰਦਿਆਂ ਕਈ ਵਾਰੀ ਜਿਸ ਤਰ੍ਹਾਂ ਮਤਲਬ ਤੁਸੀਂ ਘਰ ਹੋ, ਉਹ ਕਿਤੇ ਬਾਹਰ ਫੀਲਡ 'ਚ ਗਏ ਨੇ, ਅਚਾਨਕ ਤੁਹਾਨੂੰ ਪਤਾ ਲੱਗਦਾ ਵੀ ਉਹ ਘੇਰੇ 'ਚ ਆ ਗਏ ਨੇ, ਤੁਹਾਨੂੰ ਕਿਤੇ ਨਾ ਕਿਤੇ ਇਨਫੋਰਮੇਸ਼ਨ ਮਿਲੀ, ਕਦੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੋਏ? ਹਾਂਜੀ ਵੀਰ ਜੀ, ਕਈ ਵਾਰ ਇਸ ਤਰ੍ਹਾਂ ਵੀ ਮੁਕਾਬਲੇ 'ਚ ਹੋਇਆ ਇਸ ਤਰ੍ਹਾਂ ਜਿਵੇਂ ਹੁਣ ਉਹ ਰਵਿੰਦਰਬੀਰ ਸਿੰਘ ਭੋਲਾ ਜਿਹੜੇ ਕਾਲੇ ਕੇ ਵਾਲੇ ਸ਼ਹੀਦ ਹੋਏ ਉਸ ਦਿਨ ਵੀ ਇਹ ਮੁਕਾਬਲੇ 'ਚ ਉਹਨਾਂ ਦੇ ਨਾਲ ਸੀ। ਅੱਛਾ। ਤੇ ਉਹ ਭੋਲਾ ਸਿੰਘ ਹੋਣੀ ਸ਼ਹੀਦੀ ਪਾ ਕੇ ਤੇ ਮੁਕਾਬਲੇ 'ਚੋਂ ਨਿਕਲ ਆਏ। ਤੇ ਜਿਵੇਂ ਇੱਕ ਵਾਰ ਇਹ ਗਏ ਇੱਧਰ ਮੀਟਿੰਗ ਕਰਨ ਵਾਸਤੇ, ਗੁਰਜੰਟ ਸਿੰਘ ਹੋਣਾ ਨੇ ਬੁਲਾਇਆ ਇਹਨਾਂ ਨੂੰ ਤੇ ਜਗਰਾਉਂ ਲਾਗੇ ਫੜੇ ਗਏ ਤੇ ਫਿਰ ਇਹਨਾਂ ਨੂੰ ਥਾਣੇ 'ਚ ਲੈ ਗਏ ਤੇ ਰਾਤ ਉੱਥੋਂ ਹੀ ਭੱਜ ਗਏ ਤੇ ਉਹ ਵੀ ਸਾਨੂੰ ਇਹ ਪਤਾ ਲੱਗ ਗਿਆ ਇਹ ਫੜੇ ਗਏ ਜਿੱਥੇ ਮੈਂ ਹੈਗੀ ਸੀ ਤੇ ਲੇਕਿਨ ਸਾਨੂੰ ਇਹ ਨਹੀਂ ਸੀ ਪਤਾ ਇਹ ਉੱਥੋਂ ਭੱਜ ਵੀ ਗਏ। ਜਿਹੜੇ ਨਾਲ ਦੇ ਇਹ ਸਿੰਘ ਸੀ ਉਹਨਾਂ ਨੇ ਜਾ ਕੇ ਵੀ ਮੀਟਿੰਗ ਚਲੋ ਉਹਨਾਂ ਫਿਰ ਕੈਂਸਲ ਕਰ ਦੇਣੀ ਕਿ ਬੰਦਾ ਫੜਿਆ ਗਿਆ, ਹੋ ਸਕਦਾ ਕੋਈ ਇੰਟਰੋਗੇਟ ਹੋਵੇ ਤੇ ਫਿਰ ਕਿੱਥੋਂ ਗੱਲ ਪਹੁੰਚੇ ਤੇ ਉਦੋਂ ਵੀ ਫਿਰ ਪਰ ਵੀਰ ਜੀ ਫਿਰ ਚਲੋ ਵਾਹਿਗੁਰੂ ਅੱਗੇ ਅਰਦਾਸ ਸੀ ਤੇ ਫਿਰ ਇਹ ਪਤਾ ਸੀ ਕਿ ਇਹ ਕੁਝ ਵੀ ਹੋਣਾ ਇੱਕ ਦਿਨ। ਸ਼ਹਾਦਤ ਉਹਨਾਂ ਦੀ ਕਿਵੇਂ ਤੇ ਕਿੱਥੇ ਹੋਈ ਭੈਣ ਜੀ? ਵੀਰ ਜੀ ਸ਼ਹਾਦਤ ਉਹਨਾਂ ਦੀ ਜਿਵੇਂ ਮਤਲਬ 92 ਦੇ ਵਿੱਚ ਅਸੀਂ ਮਾਰਚ ਦੇ ਵਿੱਚ ਅਸੀਂ ਸ਼ਾਇਦ ਹਜੂਰ ਸਾਹਿਬ ਚਲੇ ਗਏ ਸੀ। ਮੇਰੀ ਬੇਟੀ ਵੀ ਮੈਂ ਪ੍ਰੈਗਨੈਂਟ ਸੀ ਜੀ ਤੇ ਅਸੀਂ ਉੱਥੇ ਇਸ ਕਰਕੇ ਗਏ ਸੀ ਤੇ ਉੱਥੇ ਅਸੀਂ 2 ਮਹੀਨੇ ਰਹੇ ਤੇ 13 ਮਈ ਦਾ ਮੇਰੀ ਬੇਟੀ ਦਾ ਜਨਮ ਆ ਜੀ ਤੇ ਉੱਥੇ ਵੀ ਜਾ ਕੇ ਇਹਨਾਂ ਨੂੰ ਨਾ ਮਤਲਬ ਹਥਿਆਰਾਂ ਦਾ ਬਹੁਤ ਜ਼ਿਆਦਾ ਸੀ ਵੀ ਜਥੇਬੰਦੀਆਂ ਕੋਲ ਹਥਿਆਰ ਹੋਣੇ ਚਾਹੀਦੇ ਆ, ਜੇ ਸਾਡੇ ਕੋਲ ਹਥਿਆਰ ਹੋਣਗੇ ਅਸੀਂ ਫੇਰ ਹੀ ਅੱਗੇ ਚੱਲਾਂਗੇ
ਤੇ ਉੱਥੇ ਜਾ ਕੇ ਵੀ ਕੋਈ ਇਹਨਾਂ ਨੇ ਇਸ ਤਰ੍ਹਾਂ ਹੀ ਕੋਈ ਮੈਨੂੰ ਵੈਸੇ ਮੈਂ ਤੇ ਜਿੱਥੇ ਅਸੀਂ ਰਹਿੰਦੇ ਸੀ ਮੈਂ ਤਾਂ ਉਸ ਘਰ ਦੇ ਵਿੱਚ ਹੀ ਕਦੀ ਮੈਂ ਬਾਹਰ ਜ਼ਿਆਦਾ ਨਹੀਂ ਸੀ ਗਈ ਕਿਉਂਕਿ ਮੇਰੇ ਉਦੋਂ ਹਾਲਾਤ ਹੀ ਐਵੇਂ ਦੇ ਸੀ 1-2 ਮਈ ਨੂੰ ਇਹ ਵਾਪਸ ਆਏ ਫਿਰ ਪੰਜਾਬ ਇਕੱਲੇ ਹੀ ਆਏ ਮੈਨੂੰ ਉੱਥੇ ਛੱਡ ਆਏ ਆ ਤੇ ਇਧਰੋਂ ਜਾ ਕੇ ਇਹਨਾਂ ਨੇ ਤੇ ਕੋਈ ਪੈਸੇ ਪੂਸੇ ਲੈ ਕੇ ਗਏ ਤੇ ਉੱਥੇ ਜਾ ਕੇ ਨਾ ਮਤਲਬ ਕਿਸੇ ਨੂੰ ਫੜਾ ਦਿੱਤੇ ਵੀ ਤੁਸੀਂ ਆ ਰੱਖ ਲਓ ਵੀ ਮੈਨੂੰ ਚਾਹੀਦੇ ਆ ਤੇ ਜਦੋਂ ਅਸੀਂ ਉਹ ਬਾਅਦ ਵਿੱਚ ਉਹਨਾਂ ਕੋਲੋਂ ਇਹਨਾਂ ਨੇ ਕਿਤੇ ਉਹ ਵਾਪਸ ਮੰਗਣੇ ਹੀ ਸੀ ਵਾਪਸ ਮੰਗੇ ਹਾਂਜੀ ਤੇ ਉਹਨਾਂ ਨੇ ਫਿਰ ਕਿਹਾ ਵੀ ਤੂੰ ਵੀ ਤੂੰ ਪੈਸੇ ਕਿਹੜੇ ਮੰਗਦਾ ਕਿਹੜੇ ਪੈਸੇ ਦਿੱਤੇ ਇਸ ਤਰ੍ਹਾਂ ਕੁਝ ਬੋਲੇ ਐਵੇਂ ਮੈਨੂੰ ਇਹਨਾਂ ਨੇ ਸਾਰੀ ਗੱਲ ਮੈਨੂੰ ਕਿਉਂਕਿ ਸਮਾਂ ਹੀ ਉਸ ਟਾਈਮ ਤੇ ਬਹੁਤ ਥੋੜਾ ਸੀ ਸਾਡੇ ਕੋਲ ਤੇ ਇਹਨਾਂ ਨੇ ਫਿਰ ਅੱਗੇ ਉਹਨੂੰ ਇਹਨਾਂ ਕੋਲ ਪਿਸਟਲ ਸੀ ਤੇ ਇਹਨਾਂ ਨੇ ਗੋਲੀ ਮਾਰ ਦਿੱਤੀ ਉਹਨੂੰ ਗੁੱਸਾ ਆ ਗਿਆ ਇੰਨਾ ਕਿ ਮੈਂ ਤੈਨੂੰ ਪੈਸੇ ਫੜਾਏ ਆ ਤੂੰ ਮੈਨੂੰ ਮਨਾ ਵੀ ਕਰਨ ਡਿਆ ਤੇ ਮੈਨੂੰ ਆ ਕੇ ਕਹਿੰਦੇ ਵੀ ਇਸ ਤਰ੍ਹਾਂ ਉਹਨੇ ਐਵੇਂ ਕੀਤਾ ਤੇ ਮੈਂ ਤੇ ਉਹਨੂੰ ਗੋਲੀ ਮਾਰ ਦਿੱਤੀ ਆ ਤੇ ਆਪਾਂ ਚੱਲੀਏ ਇੱਥੇ ਨਹੀਂ ਰਹਿਣਾ ਚੱਲੀਏ ਫਟਾਫਟ ਮੈਂ ਸਗੋਂ ਕਿਹਾ ਮੈਂ ਕਿਹਾ ਇੰਨੀ ਜਲਦੀ ਵੀ ਕਿੱਥੇ ਜਾਣਾ ਮੇਰੇ ਤੇ ਐਵੇਂ ਦੇ ਹਾਲਾਤ ਮੈਂ ਤੇ ਮਤਲਬ ਨਹੀਂ ਜਾ ਸਕਦੀ ਮੈਨੂੰ ਕਹਿੰਦੇ ਨਹੀਂ ਚੱਲ ਤੂੰ ਫਟਾਫਟ ਮੈਨੂੰ ਇਹਨਾਂ ਨੇ ਉੱਥੋਂ ਭੇਜ ਦਿੱਤਾ ਹੈ ਮੈਨੂੰ ਕਹਿੰਦੇ ਤੂੰ ਮਨਮਾੜ ਚੱਲ ਮੈਂ ਕੱਲ ਰਾਤ ਨੂੰ 12 ਵਜੇ ਤੇਰੇ ਕੋਲ ਮਨਮਾੜ ਪਹੁੰਚ ਜਾਣਾ ਮੈਂ ਕਿਹਾ ਠੀਕ ਹੈ ਤੇ ਮੈਂ ਮਨਮਾੜ ਆ ਗਈ ਹਾਂ ਤੇ ਅਗਲੇ ਦਿਨ ਜਦੋਂ ਇਹ ਉੱਥੋਂ ਫੇਰ ਮੈਨੂੰ ਮੈਂ ਕਿਹਾ ਤੁਸੀਂ ਨਾਲ ਚੱਲੋ ਕਹਿੰਦੇ ਨਹੀਂ ਮੈਂ ਕਿਸੇ ਨੂੰ ਮਿਲਣਾ ਆ ਮੈਂ ਮਿਲ ਕੇ ਉਸ ਤੋਂ ਬਾਅਦ ਮੈਂ ਫੇਰ ਵੀ ਕੱਲ ਰਾਤ ਨੂੰ ਤੁਹਾਡੇ ਕੋਲ ਪਹੁੰਚ ਜਾਊਂਗਾ ਤੇ ਮੈਂ ਫਿਰ ਇਹ ਵੀ ਕਿਹਾ ਮੈਂ ਕਿਹਾ ਚੱਲ ਫਿਰ ਆ ਜਿਹੜਾ ਪਿਸਟਲ ਆ ਇਹ ਮੈਨੂੰ ਦੇ ਦਿਓ ਤੇ ਕਹਿੰਦੇ ਨਹੀਂ ਕਹਿੰਦੇ ਫਿਰ ਮਨਮਾੜ ਜਾ ਕੇ ਤੇਰੇ ਕੋਲ ਹੀ ਰਹਿਣਾ ਬਾਅਦ ਦੇ ਵਿੱਚ ਕਿਉਂਕਿ ਇਹ ਪਿਸਟਲ ਹਥਿਆਰ ਤੋਂ ਬਿਨਾਂ ਨਹੀਂ ਸੀ ਰਹਿੰਦੇ ਤੇ ਮੈਂ ਕਿਹਾ ਚਲੋ ਠੀਕ ਆ ਤੇ ਫਿਰ ਮੈਂ ਇਹ ਉੱਥੋਂ ਅਸੀਂ ਨਿਖੜ ਗਏ ਆ ਇਹਨਾਂ ਨੇ ਮੈਨੂੰ ਮਨਮਾੜ ਨੂੰ ਭੇਜ ਦਿੱਤਾ ਫਿਰ ਉਹਨਾਂ ਨੂੰ ਜਿਹਨੂੰ ਇਹਨਾਂ ਨੇ ਗੋਲੀ ਮਾਰੀ ਸੀ ਨਾ ਤੇ ਉਹਨਾਂ ਨੇ ਵੀਰ ਜੀ ਸ਼ਾਇਦ ਥਾਣੇ ਜਾ ਕੇ ਦੱਸਿਆ ਉਹ ਕੁਛ ਪੁਲਿਸ ਰਿਪੋਰਟ ਕਰਾਈ ਹੋਊਗੀ ਫਿਰ ਉਹਨਾਂ ਨੇ ਹੀ ਦੱਸਿਆ ਵੀ ਇਹ ਅਨਾਰ ਸਿੰਘ ਪਾੜਾ ਤੇ ਉੱਥੋਂ ਜਦੋਂ ਇਹ ਰਾਤ ਨੂੰ ਇਹਨਾਂ ਨੇ ਜਿਹਨੂੰ ਕਿਸੇ ਨੂੰ ਮਿਲਣਾ ਸੀ ਜੋ ਵੀ ਸੀ ਨਿਕਲਣ ਲੱਗੇ ਤੇ ਫਿਰ ਇਹਨਾਂ ਨੂੰ ਉੱਥੇ ਅੱਗੇ ਨਾਕਾ ਲੱਗਾ ਸੀ ਤੇ ਨਾਕੇ ਦੇ ਇਹਨਾਂ ਨੂੰ ਰੋਕਿਆ ਸ਼ਾਇਦ ਤੇ ਇਹਨਾਂ ਨੇ ਫਿਰ ਅੱਗੇ ਗੋਲੀ ਚਲਾਤੀ ਪਿਸਟਲ ਤੇ ਕੋਲ ਹੈਗਾ ਸੀ ਤੇ ਫਿਰ ਉਹਨਾਂ ਨੇ ਵੀ ਸ਼ਾਇਦ ਅੱਗੇ ਗੋਲੀ ਚਲਾਈ ਤੇ ਫਿਰ ਇਹਨਾਂ ਦੇ ਗੋਲੀ ਲੱਗੀ ਪਰ ਉੱਥੋਂ ਇਹ ਭੱਜ ਗਏ ਕਹਿੰਦੇ ਆ ਕਿਉਂ ਮੈਂ ਉੱਥੇ ਆਇਆ ਨਹੀਂ ਸੀ ਮੈਂ ਜਿਸ ਤਰ੍ਹਾਂ ਸੁਣਿਆ ਆ ਵੀ ਉੱਥੋਂ ਇਹ ਭੱਜ ਗਿਆ ਤੇ ਲਾਗੇ ਨਾ ਕੋਈ ਕੇਲਿਆਂ ਵਾਲਾ ਖੇਤ ਖੂਤ ਸੀ ਉੱਥੇ ਚਲੇ ਗਏ ਜਾ ਕੇ ਤੇ ਇਹਨਾਂ ਨੂੰ ਇਹ ਕਿ ਸ਼ਾਇਦ ਜਾਂ ਮੈਂ ਇੱਥੋਂ ਨਿਕਲੂੰ ਜਾਂ ਕਿਸ ਤਰ੍ਹਾਂ ਕਿਹੜੇ ਤਰੀਕੇ ਤੇ ਫਿਰ ਉਹਨਾਂ ਨੇ ਕਿਸੇ ਨੇ ਜਾ ਕੇ ਫਿਰ ਪੁਲਿਸ ਨੂੰ ਦੱਸਿਆ ਫਿਰ ਉੱਥੋਂ ਆ ਕੇ ਇਹਨਾਂ ਨੂੰ ਪੁਲਿਸ ਨੇ ਚੱਕਿਆ ਤੇ ਫਿਰ ਉਹਨਾਂ ਨੇ ਇਹਨਾਂ ਨੂੰ ਸ਼ਹੀਦ ਕੀਤਾ ਤੁਹਾਨੂੰ ਕਿੰਨੇ ਚਿਰ ਬਾਅਦ ਪਤਾ ਲੱਗ ਗਿਆ ਕਿ ਇਹਨਾਂ ਨੇ ਪੁਲਿਸ ਫੜ ਲਿਆ ਇਹਨਾਂ ਨੂੰ ਤੇ ਵੀਰ ਜੀ ਮੈਂ ਜਿਵੇਂ ਰਾਤ ਜਿਵੇਂ ਅਗਲੇ ਦਿਨ ਦਾ ਇਹਨਾਂ ਨੇ ਮੈਨੂੰ ਟਾਈਮ ਦਿੱਤਾ ਸੀ ਉਹ ਮੇਰੇ ਹਿਸਾਬ ਨਾਲ ਕਿ ਉਸ ਦਿਨ 26 ਤਰੀਕ ਸੀ 26 ਮਈ ਸੀ ਤੇ ਅਗਲੇ ਦਿਨ ਇਹਨਾਂ ਨੇ ਮੈਨੂੰ ਰਾਤ ਨੂੰ ਕਿਹਾ ਸੀ ਅਸੀਂ 12 ਵਜੇ ਪਹੁੰਚ ਜਾਣਾ ਤੇਰੇ ਕੋਲ ਮਨਮਾੜ ਤੇ ਫਿਰ ਆਪਾਂ ਪੰਜਾਬ ਨੂੰ ਚਲੇ ਜਾਣਾ ਤੇ ਇਹ ਮੈਂ ਰਾਤ ਜਦੋਂ 12 ਵਜੇ ਤੋਂ ਬਾਅਦ ਮੈਂ ਇਹਨਾਂ ਦੀ ਕਾਫੀ ਉਡੀਕ ਕੀਤੀ ਵੀ ਇਹ ਨਹੀਂ ਆਏ ਤੇ ਫਿਰ ਮੈਂ ਨਾ ਕੋਈ ਮਤਲਬ ਇਸ ਤਰ੍ਹਾਂ ਥੋੜ੍ਹਾ ਜਿਹਾ ਜਾਣਕਾਰ ਸੀ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਵੀ ਉਹ ਤੇ ਆਹ ਗੱਲ ਹੋ ਗਈ ਆ ਵੀ ਉੱਥੇ ਪਾੜਾ ਤੇ ਮਤਲਬ ਫੜਿਆ ਗਿਆ ਉਹਨਾਂ ਦੇ ਗੋਲੀ ਲੱਗੀ ਆ ਤੇ ਉਹ ਤਾਂ ਸ਼ਾਇਦ ਉਹ ਸ਼ਹੀਦ ਵੀ ਹੋ ਗਏ ਆ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਕਿਹਾ ਵੀ ਤੁਸੀਂ ਹੁਣ ਇੱਥੇ ਨਾ ਆਇਓ ਜੀ ਵੀ ਤੁਹਾਨੂੰ ਵੀ ਮਤਲਬ ਪੁਲਿਸ ਫੜ ਸਕਦੀ ਆ ਵੀ ਉਹਨਾਂ ਨੂੰ ਫਿਰ ਇਹ ਵੀ ਉਹਨਾਂ ਨੂੰ ਪਤਾ ਲੱਗ ਗਿਆ ਸਾਰਾ ਵੀ ਇਹਦੀ ਘਰ ਦੀ ਵੀ ਨਾਲ ਆ ਉਹਦੇ ਘਰੇ ਬੱਚਾ ਆ ਤੇ ਫਿਰ ਮੈਂ ਬੇਟੀ ਕਿੰਨੇ ਚਿਰ ਦੀ ਸੀ ਉਧਰ ਬੇਟੀ ਵੀਰ ਜੀ ਉਦੋਂ 13-14 ਦਿਨ ਦੀ ਸੀ ਅੱਛਾ 13-14 ਦਿਨ ਦੇ ਬਾਅਦ ਹੀ 13 ਤਰੀਕ ਦਾ ਬੇਟੀ ਦਾ ਜਨਮ ਆ 13 ਮਈ ਦਾ ਤੇ 27 ਮਈ ਨੂੰ ਇਹ ਮਤਲਬ ਸ਼ਹੀਦ ਹੁੰਦੇ ਆ ਤੇ 26 ਤਰੀਕ ਨੂੰ ਇਹ ਸਾਡੇ ਨਾਲੋਂ ਅਸੀਂ ਵੀ ਅਲੱਗ ਹੋ ਜਾਂਦੇ ਤੇ 13 ਕੁ ਦਿਨ ਦੀ ਸੀ 13-14 ਦਿਨ ਦੀ ਸੀ ਬਸ ਬੇਟੀ ਠੀਕ ਹਾਂਜੀ 13-14 ਦਿਨ ਦੀ ਬੇਟੀ ਨੂੰ ਲੈ ਕੇ ਜਦੋਂ ਪਤਾ ਲੱਗ ਗਿਆ ਵੀ ਸ਼ਹੀਦ ਹੋ ਗਏ ਨੇ ਫਿਰ ਤੁਸੀਂ ਪੰਜਾਬ ਆਏ ਕਿ ਉੱਥੇ ਰਹੇ ਨਹੀਂ ਵੀਰ ਜੀ ਫਿਰ ਮੈਂ ਪੰਜਾਬ ਆ ਗਈ ਨੈਕਸਟ ਡੇ ਉਸੇ ਉਹਨਾਂ ਹਾਲਾਤਾਂ 'ਚ ਦੇ ਵਿੱਚ ਇੰਨਾ ਲੰਬਾ ਸਫ਼ਰ ਟ੍ਰੇਨ ਦੇ ਵਿੱਚ ਕਰਨਾ ਔਰ ਉਧਰੋਂ ਪਤੀ ਦੀ ਮੌਤ ਦਾ ਗਮ ਤੇ ਹੁੰਦਾ ਹੀ ਆ ਚਲੋ ਭਾਵੇਂ ਸ਼ਹੀਦਾਂ ਦੀ ਮੌਤ ਤੇ ਮਾਣ ਵੀ ਹੁੰਦਾ ਪਰ ਇੱਕ ਪਤਨੀ ਨੂੰ ਆਪਣੇ ਪਤੀ ਦੇ ਵਿਛੋੜੇ ਦਾ ਦਰਦ ਵੀ ਹੁੰਦਾ ਹਾਂਜੀ ਇਹ ਤੇ ਹੈ ਹੀ ਵੀਰ ਜੀ ਤੇ ਫਿਰ ਇਹ ਕੇਸ ਸੀ ਵੀ ਉਧਰੋਂ ਉੱਪਰੋਂ ਪੁਲਿਸ ਦਾ ਵੀ ਸੀ ਹਾਂ ਵੀ ਕਿਤੇ ਵੀ ਫੜ ਸਕਦੇ ਹਾਂ ਉਹ ਵੀ ਇੱਕ ਹੈਗਾ ਸੀ ਹਾਂਜੀ ਵੀਰ ਜੀ ਉਸ ਟਾਈਮ ਤੇ ਫਿਰ ਮੈਨੂੰ ਇਹ ਸੀ ਵੀ ਚਲੋ ਉਹ ਤਾਂ ਹੁਣ ਜੋ ਹੋ ਗਿਆ ਪਰ ਮੈਨੂੰ ਆਪਣੀ ਬੇਟੀ ਦੀ ਬਹੁਤ ਜ਼ਿਆਦਾ ਫਿਕਰ ਸੀ ਵੀ ਹੁਣ ਇਸ ਤੋਂ ਬਾਅਦ ਤੇ ਮੇਰਾ ਇਹੀ ਉਹ ਆ
ਵੀ ਮੇਰੀ ਜ਼ਿੰਦਗੀ ਇਹੀ ਆ, ਇਹ ਬੇਟੀ ਆ, ਕਿਉਂਕਿ ਮੈਨੂੰ ਉਹਨਾਂ ਨੇ ਤੁਰਨ ਲੱਗਿਆ ਇਹ ਗੱਲ ਕਹੀ ਸੀ ਵੀ ਇਹਦਾ ਬੜਾ ਖਿਆਲ ਰੱਖਣਾ। ਤੇ ਤੁਸੀਂ ਫਿਰ ਕਿੰਨਾ ਇੱਥੇ ਆ ਕੇ ਤੇ ਪੁਲਿਸ ਦੀ ਤੁਹਾਨੂੰ ਕਿੰਨਾ ਕੁ ਚਿਰ ਬਾਅਦ ਤੁਹਾਨੂੰ ਹੀ ਅਰੈਸਟ ਕਰ ਲਿਆ ਗਿਆ ਸੀ? ਵੀਰ ਜੀ ਇਸ ਤੋਂ ਬਾਅਦ ਫਿਰ ਮੈਨੂੰ ਬਾਅਦ ਦੇ ਵਿੱਚ 93 ਜੂਨ ਦੇ ਮਹੀਨੇ ਦੇ ਵਿੱਚ ਮੈਨੂੰ ਅਰੈਸਟ ਕੀਤਾ। ਅੱਛਾ, ਸਾਲ ਬਾਅਦ, ਲਗਭਗ ਸਾਲ ਬਾਅਦ। ਉਸ ਸਾਲ ਦੇ ਵਿੱਚ ਫਿਰ ਮੇਰੇ ਮਾਮਾ ਜੀ ਕਿਹੜੀ ਪੁਲਿਸ ਨੇ ਕੀਤਾ ਅਰੈਸਟ ਤੁਹਾਨੂੰ? ਮੈਨੂੰ ਵੀਰ ਜੀ ਪਹਿਲਾਂ ਤੇ ਕੀਤਾ ਸੀ ਫਿਰੋਜ਼ਪੁਰ ਦੇ ਵਿੱਚ ਪੈਂਦਾ ਮੱਲਾਂ ਵਾਲਾ, ਠੀਕ, ਉਹਨਾਂ ਨੇ ਕੀਤਾ ਅਰੈਸਟ। ਮੈਂ ਹਰੀਕੇ ਸੀ ਤੇ ਉੱਥੋਂ ਮੈਨੂੰ ਕਿਸੇ ਨੇ ਫੜਾ ਦਿੱਤਾ ਮਤਲਬ, ਠੀਕ। ਤੇ ਉਹਨਾਂ ਨੇ ਜਦੋਂ ਅਰੈਸਟ ਕੀਤਾ ਤੇ ਫਿਰ ਇਹਨਾਂ ਨੇ ਚਲੋ ਕੋਈ ਇਹਨਾਂ ਨੂੰ ਪਤਾ ਲੱਗ ਗਿਆ ਪਰਿਵਾਰ ਨੂੰ ਵੀ ਇਹਨੂੰ ਫੜ ਲਿਆ। ਫਿਰ ਇਹਨਾਂ ਨੇ ਵਿੱਚ ਬੰਦੇ ਪੈ ਕੇ ਨਾ ਮੈਨੂੰ ਚਲੋ ਉੱਥੇ ਇਹ ਪਹੁੰਚੇ ਤੇ ਪਰ ਉਹਨੇ ਫਿਰ ਨਾ ਇੰਸਪੈਕਟਰ ਨੇ ਕਿਹਾ, ਉਹ ਇੰਸਪੈਕਟਰ ਸੀ, ਉਹਨੇ ਕਿਹਾ ਵੀ ਮੈਂ ਨਾ ਜਿਹੜਾ ਤਰਨਤਾਰਨ ਵਾਲੇ SSP ਆ ਨਾ, ਮੈਂ ਉਹਨੂੰ ਦੱਸ ਚੁੱਕਾ ਆ ਵੀ ਮੈਂ ਵੀ ਪਾੜੇ ਦੀ ਘਰ ਦੀ ਨੂੰ ਫੜ ਲਿਆ ਆ, ਤੇ ਕਹਿੰਦਾ ਵੀ ਮੈਂ ਹੁਣ ਇਹਨੂੰ ਇਸ ਤਰ੍ਹਾਂ ਛੱਡ ਨਹੀਂ ਸਕਦਾ, ਜੇ ਤੁਸੀਂ ਵੀ ਛਡਵਾਉਣਾ ਹੀ ਆ ਤੇ ਫਿਰ ਤੁਹਾਨੂੰ ਇਹਨੂੰ ਮਤਲਬ ਤਰਨਤਾਰਨ ਜਾ ਕੇ ਪੇਸ਼ ਕਰਾਉਣਾ ਪਊਗਾ, ਨਹੀਂ ਤਾਂ ਫਿਰ ਤੁਹਾਨੂੰ ਪੁਲਿਸ ਨੇ ਤੁਹਾਨੂੰ ਚੱਕਣਾ। ਫਿਰ ਇਹਨਾਂ ਨੇ ਵੀਰ ਜੀ ਮੈਨੂੰ ਉੱਥੋਂ ਛਡਵਾ ਕੇ ਜਦੋਂ ਉਹਨੇ ਛੱਡਿਆ ਤੇ ਫਿਰ ਇਹਨਾਂ ਮੈਨੂੰ ਇੱਥੇ ਤਰਨਤਾਰਨ ਪੇਸ਼ ਕਰਵਾਇਆ। ਤੇ ਫਿਰ ਮੈਨੂੰ ਉਹਨਾਂ ਨੇ ਥੋੜ੍ਹੇ ਜਿਹੇ ਦਿਨ ਰੱਖਿਆ ਤੇ ਮੈਨੂੰ ਛੱਡ ਦਿੱਤਾ ਤੇ ਫਿਰ ਮੈਨੂੰ ਉਹਨਾਂ ਨੇ ਫੜ ਲਿਆ। ਅੱਛਾ, ਫਿਰ ਮੈਨੂੰ ਉਹਨਾਂ ਨੇ ਜਿਉਂ ਫੜਿਆ ਫਿਰ ਉਹਨਾਂ ਮੈਨੂੰ 93 ਦਸੰਬਰ ਦੇ ਲਾਸਟ ਤੇ ਛੱਡਿਆ ਜਾ ਕੇ। 5-6 ਮਹੀਨੇ 6 ਮਹੀਨੇ ਵੀਰ ਜੀ ਮੈਨੂੰ ਲਗਾਤਾਰ ਇਹਨਾਂ ਨੇ CI ਸਟਾਫ 'ਚ ਰੱਖਿਆ ਤੇ ਨਾਲ ਹੀ ਬੇਟੀ। 1993 ਦੇ ਵਿੱਚ ਜਿਹੜਾ ਕਹਿਰ ਇਹ ਕਰਦੇ ਰਹੇ ਨੇ ਤਰਨਤਾਰਨ ਪੁਲਿਸ ਦੇ ਕੁਝ ਅਫਸਰ, ਉਹ ਤੇ ਅੱਜ ਵੀ ਲੋਕਾਂ ਦੇ ਰੌਂਗਟੇ ਖੜੇ ਹੋ ਜਾਂਦੇ ਆ ਸੁਣ ਕੇ। ਤੇ ਤੁਸੀਂ ਤੇ ਸਾਰਾ ਕੁਝ ਫਿਰ ਵੇਖਿਆ? ਹਾਂਜੀ ਵੀਰ ਜੀ, ਸਾਰਾ ਕੁਝ ਉੱਥੇ ਵੇਖਦੇ ਰਹੇ ਅਸੀਂ। ਉੱਥੇ ਉਸ ਟਾਈਮ ਤੇ ਹੋਰ ਵੀ ਬੀਬੀਆਂ ਸੀ, ਜਿਵੇਂ ਆਪਣੇ ਗੋਰਾਸਰਾ ਟਰਸਟ ਦੇ ਬੀਬੀ ਕੁਲਬੀਰ ਕੌਰ। ਅੱਛਾ, ਇਹ ਉਸ ਟਾਈਮ ਤੇ ਵੀ ਉੱਥੇ ਫੜੇ ਸੀ, ਠੀਕ। ਤੇ ਇਹਨਾਂ ਦੇ ਨਾਲ ਹੀ ਵੀ ਅਸੀਂ ਇਕੱਠੇ ਹੀ ਰਹੇ। ਅੱਛਾ, ਇੱਕ ਹੀ ਕਮਰੇ ਦੇ ਵਿੱਚ, ਠੀਕ। ਤੇ ਬੇਟੀ ਵੀ ਨਾਲ ਹੀ ਸੀ ਮੇਰੀ। ਅੱਛਾ, ਤੇ ਇਹ ਭੈਣ ਜੀ ਤੁਹਾਨੂੰ ਕਦੀ ਕੋਈ ਸਖਤੀ ਨਾਲ ਪੁੱਛ-ਗਿੱਛ, ਕੋਈ ਮਾਰ ਕੁੱਟ, ਕੋਈ ਇਦਾਂ ਦੀ ਗੱਲ? ਹਾਂਜੀ ਵੀਰ ਜੀ, ਪੁੱਛ-ਗਿੱਛ ਸਖਤੀ ਦੇ ਨਾਲ, ਕਰੰਟ ਲਗਾਏ, ਮਾਰਿਆ, ਕੁੱਟਿਆ, ਸਾਰਾ ਕੁਝ ਹੀ ਉਹਨਾਂ ਨੇ ਕੀਤਾ ਜੋ ਕਰਨਾ ਸੀ। ਤੇ ਹੋਇਆ ਤੇ ਇੰਟਰੋਗੇਟ ਕਰਨ ਵਾਲੇ ਵੇਲੇ, ਤੁਹਾਨੂੰ ਪੁੱਛ-ਗਿੱਛ ਕਰਨ ਵੇਲੇ ਲੇਡੀਜ਼ ਪੁਲਿਸ ਨਾਲ ਹੁੰਦੀ ਸੀ? ਜਦੋਂ ਮੈਨੂੰ ਵੀਰ ਜੀ ਉਹਨਾਂ ਨੇ ਇੰਟਰੋਗੇਟ ਕੀਤਾ, ਮੇਰੇ ਨਾਲ ਲੇਡੀਜ਼ ਪੁਲਿਸ ਨਹੀਂ ਸੀ। ਤੇ ਮੈਨੂੰ ਤੇ ਉਹਨਾਂ ਨੇ ਜਦੋਂ ਕਰੰਟ ਵਗੈਰਾ ਲਗਾਏ, ਉਹ ਮਤਲਬ ਬੰਦੇ ਹੀ ਸੀ, ਜੈਨਸੀ ਸੀ। ਤੇ ਮੈਨੂੰ ਇਹੀ ਪੁੱਛਦੇ ਸੀ ਵੀ ਤੁਸੀਂ ਕਿੱਥੇ ਜਾਂਦੇ ਰਹੇ, ਕੀ ਕਰਦੇ ਰਹੇ, ਸਾਨੂੰ ਹਥਿਆਰ ਦਿਓ, ਇਸ ਤਰ੍ਹਾਂ ਸਾਰਾ ਕੁਝ। ਮੈਂ ਕਿਹਾ ਵੀ ਮੇਰੇ ਕੋਲ ਤਾਂ ਇਸ ਟਾਈਮ ਤੇ ਕੁਛ ਨਹੀਂ, ਬਾਕੀ ਜਾਣ ਨੂੰ ਅਸੀਂ ਸਾਰੀ ਜਗ੍ਹਾ ਤੇ ਜਾਂਦੇ ਰਹੇ, ਸਾਨੂੰ ਕੋਈ, ਅਸੀਂ ਉਸ ਟਾਈਮ ਤੇ ਮੈਂ ਕਿਹਾ ਸਾਡੇ ਕੋਲ ਵੀ ਹਥਿਆਰ ਸੀ, ਅਸੀਂ ਜਿਹਦੇ ਘਰੇ ਮਰਜ਼ੀ ਜਾ ਸਕਦੇ। ਬਿਲਕੁਲ ਠੀਕ। ਇਹਦੇ ਵਿੱਚ ਅਸੀਂ ਜਿਹਦੇ ਘਰੇ ਜਾਂਦੇ ਹਾਂ ਵੀਰ ਜੀ, ਉਹਦਾ ਤਾਂ ਕੋਈ ਕਸੂਰ ਨਹੀਂ ਸੀ। ਤੇ ਜੇ ਵੀਰ ਜੀ ਉਸ ਤੋਂ ਬਾਅਦ ਹੁਣ ਮੈਨੂੰ ਜਿਵੇਂ ਉਹ ਕਹਿੰਦੇ ਸੀ ਤੁਸੀਂ ਉਹਨਾਂ ਪਰਿਵਾਰ ਉੱਥੇ ਲੈ ਕੇ ਚੱਲੋ ਜਿੱਥੇ ਤੇ ਤੁਸੀਂ ਰਹਿ ਜਾਓ, ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਉੱਥੇ ਮੈਂ ਤੁਹਾਨੂੰ ਲਿਜਾ ਕੇ, ਮੈਂ ਉਹਨਾਂ ਦਾ ਤੇ ਕੋਈ ਇਹਦੇ ਵਿੱਚ ਕੁਛ ਹੈ ਹੀ ਨਹੀਂ, ਕਸੂਰ ਹੀ ਨਹੀਂ ਕੋਈ ਹੈਗਾ, ਤੇ ਉਹਨਾਂ ਪਰਿਵਾਰਾਂ 'ਚ ਮੈਂ ਤੁਹਾਨੂੰ ਲਿਜਾ ਕੇ ਮਤਲਬ ਕੀ ਤੁਸੀਂ ਕਰੋਗੇ? ਤੁਹਾਡੀ ਪੁਲਿਸ ਹਿਰਾਸਤ ਦੇ ਦੌਰਾਨ ਕੋਈ ਬੀਬੀ ਜਿਹੜੀ ਇਹਨਾਂ ਝੂਠੇ ਮੁਕਾਬਲੇ 'ਚ ਮਾਰ ਦਿੱਤੀ ਹੋਏ, ਲਾਪਤਾ ਕਰਤੀ ਹੋਏ, ਜਾਂ ਕੋਈ ਹੋਰ ਨੌਜਵਾਨ ਜਿਹੜੇ ਤੁਸੀਂ ਵੇਖੇ ਤੇ ਉਹ ਮੁੜ ਕੇ ਇਹਨਾਂ ਨੇ ਸ਼ਹੀਦ ਕਰ ਦਿੱਤੇ, ਕੋਈ ਉਹ ਅੱਜ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਵੀਰ ਜੀ ਮੇਰੇ ਮਤਲਬ ਇਹਨਾਂ ਦੇ ਜਦੋਂ ਉੱਥੇ ਅਸੀਂ ਤਰਨਤਾਰਨ ਸੀ ਨਾ, ਇੱਕ ਇਹਨਾਂ ਨੇ ਬੀਬੀ ਉਹ ਸਕੂਲ ਚਲਾਉਂਦੀ ਸੀ, ਬੀਬੀ ਸੁਰਿੰਦਰ ਕੌਰ। ਅੱਛਾ ਜੀ। ਉਹਦਾ ਭੈਣ ਜੀ ਕੁਲਬੀਰ ਕੌਰ ਨੇ ਵੀ ਇੱਕ ਉਹਨਾਂ ਨੇ ਲਿਖੀ ਮਤਲਬ ਸੱਚਾਈ ਕੀ ਹੈ ਬੁੱਕ ਲਿਖੀ ਆ, ਉਹਦੇ ਵਿੱਚ ਉਹਨਾਂ ਨੇ ਵੀ ਉਹਦਾ ਜ਼ਿਕਰ ਕੀਤਾ। ਉਹ ਜਿਹੜੀ ਬੀਬੀ ਆ ਉਹਨੂੰ ਉਸ ਦਿਨ ਉਹ ਸਾਡੇ ਕੋਲੋਂ ਹੀ ਉਹਨੂੰ ਲੈ ਕੇ ਗਏ, ਸਾਡੇ ਹੀ ਕਮਰੇ ਦੇ ਵਿੱਚ ਉਹਨੂੰ ਲੈ ਕੇ ਗਏ ਮਾਰਨ ਵਾਸਤੇ। ਤੇ ਜਾਂਦਿਆਂ ਸਮੇਂ ਉਹ ਵੀ ਜਦੋਂ ਗਈ ਨਾ, ਤੇ ਮੈਂ ਅੱਜ ਵੀ ਉਹ ਸੀਨ ਮੇਰੀਆਂ ਅੱਖਾਂ ਦੇ ਅੱਗੇ ਜਦ ਆਉਂਦਾ ਨਾ, ਤੇ ਮੇਰਾ ਮਤਲਬ ਮਨ ਹੋ ਜਾਂਦਾ ਐਵੇਂ ਵੀ ਭੈਣ ਜੀ ਕੁਲਬੀਰ ਸੀ, ਮੈਂ ਸੀ ਉਸ ਟਾਈਮ ਕਮਰੇ ਦੇ ਵਿੱਚ, ਤੇ ਉਹ ਜਾਣ ਲੱਗਿਆ ਐਵੇਂ ਉਹਨੇ ਇਸ ਤਰ੍ਹਾਂ ਹੀ ਬਾਂਹ ਕੀਤੀ ਸੀ, ਕਹਿੰਦੀ ਭੈਣ ਜੀ, ਉਹਦਾ ਬੇਟਾ ਸੀ ਨਾਲ, ਸ਼ਾਇਦ 4-5 ਸਾਲ ਦਾ ਇੰਨਾ ਕੀ ਹੋਣਾ ਆ। ਤੇ ਭੈਣ ਜੀ ਕੁਲਬੀਰ ਨੂੰ ਉਹ ਜਾਣ ਲੱਗਿਆ ਇਹ ਗੱਲ ਕਹਿੰਦੇ ਵੀ ਭੈਣ ਜੀ ਮੇਰੇ ਮੋਨੂ ਦਾ ਖਿਆਲ ਰੱਖਿਓ ਜੀ, ਮੇਰੇ ਮੋਨੂ ਦਾ। 2-3 ਵਾਰ ਉਹਨਾਂ ਨੇ ਇਹੀ ਗੱਲ ਕਹੀ।
ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਅੰਦਾਜ਼ਾ ਸੀ ਵੀ ਸ਼ਾਇਦ ਮੈਨੂੰ ਮਾਰ ਦੇਣਾ। ਹਾਂਜੀ ਉਹਨਾਂ ਪਰ ਉਹਨੇ ਕੀ ਗੁਨਾਹ ਕੀਤਾ ਸੀ ਜਿਹੜਾ ਵੀ ਉਹਨੂੰ ਮਾਰ ਦੇਣ ਦਾ ਇਹਨਾਂ ਨੇ ਫੈਸਲਾ ਕਰ ਵੀਰ ਲਿਆ? ਜੀ ਪਤਾ ਨਹੀਂ ਉਹਨੇ ਕੀ ਗੁਨਾਹ ਕੀਤਾ ਸੀ ਕੁਛ ਕਿਸ ਦੌਰਾਨ ਤੁਸੀਂ ਇਕੱਠੇ ਰਹੇ ਹਵਾਲਾ 'ਚ, ਸ਼ਾਇਦ ਕੋਈ ਦੱਸਿਆ ਹੋਵੇ? ਤੇ ਵੀਰ ਜੀ ਨਹੀਂ ਉਹਦੇ ਇੰਨੀ ਜ਼ਿਆਦੀ ਉਹਦੇ ਨਾਲ ਵੀ ਨਹੀਂ ਸੀ, ਉਹਨੇ ਜ਼ਿਆਦੀ ਗੱਲ ਨਹੀਂ ਸੀ ਕੀਤੀ ਕਿਉਂਕਿ ਉਹਨੂੰ ਕਾਫੀ ਇੰਟਰੋਗੇਟ ਕੀਤਾ ਸੀ। ਅੱਛਾ। ਜਦੋਂ ਆ ਡੀਐਸਪੀ ਜਿਹੜਾ ਭਿੱਖੀਵਿੰਡ ਵਾਲਾ ਸੀ ਪਰਮਜੀਤ ਸਿੰਘ, ਇਹ ਗਿਆ ਤੇ ਮੈਨੂੰ ਵੀ ਇਸ ਤਰ੍ਹਾਂ ਬੁਲਾਇਆ, ਕਹਿੰਦਾ ਤੁਸੀਂ ਕੀ ਕਰਦੇ ਜੋ? ਕਹਿੰਦਾ ਤੁਸੀਂ ਮੈਨੂੰ ਦਿਓ ਇਹਨੂੰ, ਕਹਿੰਦਾ ਹਰੀਕਿਆਂ ਵਾਲੇ ਦਰਿਆ ਦੀਆਂ ਮੱਛੀਆਂ ਬੜੀਆਂ ਭੁੱਖੀਆਂ ਬੈਠੀਆਂ, ਤੁਸੀਂ ਕਹਿੰਦਾ ਇਹਨੂੰ ਕਿਉਂ ਨਹੀਂ ਮਾਰਦੇ? ਅੱਛਾ। ਤੁਸੀਂ ਇਹਨੂੰ ਕਾਹਦੇ ਵਾਸਤੇ ਰੱਖਿਆ? ਤੇ ਇਦਾਂ ਦੀ ਸ਼ਬਦਾਵਲੀ ਪੁਲਿਸ ਵਾਲੇ? ਹਾਂਜੀ ਐਵੇਂ ਦੀ। ਤੇ ਮੈਂ ਤਾਂ ਕਿਹਾ ਸੀ, ਮੈਂ ਕਿਹਾ ਮੈਨੂੰ ਮਾਰ ਦਿਓ। ਮੈਂ ਕਿਹਾ ਮੈਂ ਮਤਲਬ ਮੈਂ ਨਹੀਂ ਮੈਂ ਜੀਣਾ ਚਾਹੁੰਦੀ, ਮੈਂ ਕਿਹਾ ਤੁਸੀਂ ਮਾਰ ਦਿਓ ਮੈਨੂੰ ਜੇ ਮਾਰਨਾ। ਤੇ ਪਤਾ ਨਹੀਂ ਵੀਰ ਜੀ ਉਹਨਾਂ ਨੇ ਸ਼ਾਇਦ ਮਾਰ ਵੀ ਦਿੰਦੇ ਕਿ ਪਤਾ ਨਹੀਂ ਕੀ ਉਹਨਾਂ ਨੇ ਕਿਉਂ ਨਹੀਂ ਮਾਰਿਆ, ਜਾਂ ਕੋਈ ਵਾਹਿਗੁਰੂ ਵੱਲੋਂ ਕੋਈ ਵਧੀ ਸੀ। ਬੜੀ ਦਰਦਨਾਕ ਤੁਹਾਡੀ ਕਹਾਣੀ ਹੈ ਔਰ ਮੈਂ ਸਮਝਦਾ ਕਿ ਪੁਲਿਸ ਹਿਰਾਸਤ ਦੀਆਂ ਜੋ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ, ਅਜੇ ਵੀ ਸ਼ਾਇਦ ਤੁਹਾਡਾ ਮਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਵੀ ਹੁਣ ਬੱਚੇ ਸਿਆਣੇ। ਬੇਟੀ ਤੁਹਾਡੀ ਅੱਜ ਕੱਲ੍ਹ ਕਿੱਥੇ ਆ? ਬੇਟੀ ਵੀਰ ਜੀ ਇਸ ਟਾਈਮ ਤੇ ਕੈਨੇਡਾ ਹੈ। ਕੈਨੇਡਾ 'ਚ? ਹਾਂਜੀ। ਚਲੋ ਸ਼ੁਕਰ ਆ ਸੱਚੇ ਪਾਤਸ਼ਾਹ ਦਾ। ਹਾਂਜੀ। ਬੇਟੀ ਨੂੰ ਵੀਰ ਜੀ ਮੇਰੇ ਮਨ ਦੀ ਵੀ ਇਹ ਸੀ ਕਿ ਮੈਂ ਆਪਣੀ ਬੇਟੀ ਨੂੰ ਪੜ੍ਹਾਵਾਂ ਲਿਖਾਵਾਂ ਤੇ ਇਹਨੂੰ ਵੀ ਵਧੀਆ ਤਰੀਕੇ ਨਾਲ ਆਪਣੇ ਪੈਰਾਂ ਤੇ ਖੜੀ ਹੋਵੇ ਤੇ ਬੜੇ ਮਾਣ ਦੇ ਨਾਲ ਕਹਿ ਸਕੇ ਕਿ ਮੈਂ ਨਾਰ ਸਿੰਘ ਪਾੜਾ ਦੀ ਬੇਟੀ ਹਾਂ। ਤੇ ਕੋਈ ਵੀ ਵੇਖੇ ਤੇ ਕਵੇ ਹਾਂ ਠੀਕ ਆ ਕਿ ਇਹ ਮਤਲਬ ਵੀ ਵਧੀਆ ਪੜ੍ਹੇ ਲਿਖੇ ਬੱਚੇ ਆ ਤੇ ਵੀ ਜੁਝਾਰੂ ਖਾੜਕੂ ਸਿੰਘਾਂ ਦੇ। ਅੱਛਾ, ਇੱਕ ਭੈਣ ਜੀ ਮੈਂ ਅੱਜ ਵੇਖ ਕੇ ਹੈਰਾਨ ਹੋ ਗਿਆ, ਕਾਲੀਏ ਸਕੱਤਰੇ ਦੇ ਵਿੱਚ ਜਿੱਡਾ ਵੱਡਾ ਨਾਂ ਭਾਈ ਅਨਾਰ ਸਿੰਘ ਪਾੜੇ ਦਾ, ਤੇ ਘਰ ਤੇ 1947 ਵੇਲੇ ਵਰਗਾ ਮਾਹੌਲ ਲੱਗਦਾ ਸਾਨੂੰ। ਹਾਂਜੀ ਵੀਰ ਜੀ, ਘਰ ਫਿਰ ਤੁਹਾਨੂੰ ਪਤਾ ਹੀ ਆ ਵੀ 88 ਦੇ ਵਿੱਚ ਪਹਿਲਾਂ ਤੇ ਜਦੋਂ ਆਂਦੇ ਮਤਲਬ ਪਾਕਿਸਤਾਨ ਬਣਿਆ ਉਦੋਂ ਵੀ ਇੱਕ ਵਾਰ ਆਏ ਪਰਿਵਾਰ ਉਜੜੇ। ਹਾਂ। ਅੱਛਾ, ਇਹ ਉਧਰੋਂ ਆਏ ਸੀਗੇ? ਨਹੀਂ ਉਧਰੋਂ ਨਹੀਂ ਸੀ ਆਏ, ਇੱਥੇ ਹੀ ਸੀ ਤੇ ਬਾਰਡਰ ਨੇੜੇ ਹੋਣ ਕਰਕੇ। ਤੇ ਜਦੋਂ ਮਤਲਬ 65 ਦੇ ਵਿੱਚ ਜੰਗ ਲੱਗੀ, 71 ਦੇ ਵਿੱਚ ਜੰਗ ਲੱਗੀ, 2 ਵਾਰਾਂ ਤੋਂ ਉਦੋਂ ਹੀ ਇੱਥੋਂ ਨਿਕਲੇ। ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ 88 ਦੇ ਵਿੱਚ ਇਹ ਭਗੌੜੇ ਹੋ ਗਏ ਤੇ ਫਿਰ ਪਰਿਵਾਰ ਦੇ ਕਿਹੜੇ ਹਾਲਾਤ ਹੋਣੇ ਸੀ। ਕਮਾਈ ਕਰਨੀ ਕਿਹੜੇ ਵੇਲੇ ਸੀ? ਤੇ ਘਰ ਦੇ ਵਿੱਚ ਵੀਰ ਜੀ ਲਗਾਤਾਰ 5 ਸਾਲ ਪਰਿਵਾਰ ਨੇ ਘਰ ਦੇ ਵਿੱਚ ਕਿਸੇ ਨੇ ਰਹਿਣਾ ਨਹੀਂ ਕੋਈ। ਇੱਕ ਫਿਰ ਇਹਨਾਂ ਦੇ ਚਾਚੇ ਦਾ ਬੇਟਾ ਸੀ ਪਿੱਪਲ ਸਿੰਘ ਤੂਫਾਨ, ਇਸ ਘਰ ਦੇ ਵਿੱਚ ਮਤਲਬ ਇਹ 2 ਭਰਾ ਸੀ ਸੰਘਰਸ਼ ਦੇ ਵਿੱਚ। ਤੇ ਹੁਣ ਤੇ ਪਿੱਛੇ ਮਤਲਬ ਬੈਕ ਤੇ ਉਹਨਾਂ ਦਾ ਘਰ ਆ। ਤੇ ਉਦੋਂ ਸਾਡਾ ਇੱਕ ਹੀ ਸਾਰਾ ਵਿਹੜਾ ਖੁੱਲ੍ਹਾ ਹੀ ਵਿਹੜਾ ਸੀ। ਤੇ ਪੁਲਿਸ ਦਾ ਤਾਂ ਪਤਾ ਨਹੀਂ, ਇੱਕ ਗੇਟ ਇੱਕ ਦਰਵਾਜ਼ਾ ਇੱਧਰ ਸੀ ਤੇ ਇੱਕ ਇੱਧਰ ਸੀ। ਤੇ ਪੁਲਿਸ ਤੇ ਦੋਨਾਂ ਦਰਵਾਜ਼ਿਆਂ ਥਾਣੀ ਆ ਜਾਂਦੀ ਸੀ ਘਰ ਦੇ ਵਿੱਚ। ਤੇ ਕਹਿੰਦੇ ਮਾਤਾ ਜੀ ਜਿਵੇਂ ਦੱਸਦੇ, ਜਿਵੇਂ ਸਾਰੇ ਮਤਲਬ ਦੱਸਦੇ ਵੀ ਪਤਾ ਨਹੀਂ ਸੀ ਲੱਗਦਾ ਹੁੰਦਾ ਵੀ ਕਿੱਧਰੋਂ ਪੁਲਿਸ ਆ ਗਈ ਤੇ ਫਿਰ ਕਿਹੜੇ ਵੇਲੇ ਇਹਨਾਂ ਨੇ ਕੰਮਕਾਰ ਕਰਨੇ ਸੀ ਤੇ ਕਿਹੜੇ ਟਾਈਮ ਤੇ ਇਹਨਾਂ ਦੇ ਮਤਲਬ ਇਹਨਾਂ ਨੇ ਉਹ ਘਰ ਦੇ ਹਾਲਾਤ ਵਧੀਆ। ਸਾਡੀ ਜਾਣਕਾਰੀ ਮੁਤਾਬਕ ਸਾਨੂੰ ਪਤਾ ਲੱਗਾ ਕਿ ਤੁਸੀਂ ਅੱਜ ਕੱਲ੍ਹ ਲੁਧਿਆਣੇ ਰਹਿ ਰਹੇ ਹੋ? ਹਾਂਜੀ ਵੀਰ ਜੀ, ਅਸੀਂ ਇਸ ਟਾਈਮ ਤੇ ਲੁਧਿਆਣੇ ਰਹਿ ਰਹੇ ਹਾਂ। ਵੀ ਅਸੀਂ ਉਦੋਂ ਵੀ ਮਤਲਬ ਫਿਰ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਟਰੱਸਟ ਖੋਲ੍ਹੇ ਬੀਬੀਆਂ ਨੇ, ਜਿਵੇਂ ਬੀਬੀ ਸੰਦੀਪ ਕੌਰ, ਉਹ ਇੱਥੇ ਆਏ ਸੀ ਸਾਡੇ ਪਿੰਡ ਤੇ ਉਹ ਬੱਚਿਆਂ ਨੂੰ ਲੈ ਗਏ। ਤੇ ਜਿਵੇਂ ਮੇਰੀ ਬੇਟੀ ਨੂੰ ਵੀ ਲੈ ਕੇ ਗਏ ਤੇ ਉੱਥੇ ਫਿਰ ਇਹਨਾਂ ਨੇ ਮਤਲਬ ਕਲਰ ਭੈਣੀ ਮਤਲਬ ਪੜ੍ਹਨ ਵਾਸਤੇ। ਤੇ ਫਿਰ ਮੈਂ ਵੀ ਉਸ ਤੋਂ ਬਾਅਦ ਮੈਂ ਵੀ ਚਲੀ ਗਈ। ਮੈਂ ਕਿਹਾ ਵੀ ਮੈਂ ਆਪਣੀ ਬੇਟੀ ਤੋਂ ਬਿਨਾਂ ਨਹੀਂ ਰਹਿ ਸਕਦੀ, ਵੀ ਕੁਛ ਵੀ ਆ ਮੈਂ ਨਹੀਂ ਇਹਨੂੰ ਛੱਡ ਸਕਦੀ। ਫਿਰ ਮੈਂ ਵੀ ਉੱਥੇ ਟਰੱਸਟ ਦੇ ਵਿੱਚ ਹੀ ਚਲੀ ਗਈ। ਤੇ ਫਿਰ ਅਸੀਂ ਹੌਲੀ ਹੌਲੀ ਮੰਨ ਲਓ ਕਿ ਪਰਿਵਾਰ ਵੀ ਐਵੇਂ ਦੇ ਵੀਰ ਜੀ ਹਾਲਾਤ ਬਹੁਤ ਮਾੜੇ ਸੀ। ਜਦੋਂ ਮੈਂ ਇਸ ਘਰ ਦੇ ਵਿੱਚ ਆਈ ਨਾ 93 ਦੇ ਵਿੱਚ ਲਾਸਟ ਦੇ ਵਿੱਚ, ਤੇ ਇਹਨਾਂ ਦੇ ਬੜੇ ਹਾਲਾਤ ਮਾੜੇ ਸੀ ਕਿਉਂਕਿ ਉਸ ਟਾਈਮ ਤੇ ਤੁਹਾਨੂੰ ਪਤਾ ਘਰ ਵੀ ਪੁਲਿਸ ਤੇ ਜਦੋਂ ਮੇਰੇ ਪਹਿਲਾਂ ਤੇ ਉਹਨਾਂ ਦਾ ਕਰਕੇ ਪਾੜਾ ਸਾਹਿਬ ਦਾ ਕਰਕੇ, ਉਸ ਤੋਂ ਬਾਅਦ ਫਿਰ ਮੇਰੀ ਵਾਰੀ ਆ ਗਈ। ਫਿਰ ਸਾਲ 6 ਮਹੀਨੇ ਮੇਰੇ ਪਿੱਛੇ ਖੱਜਲ ਖਵਾਰ ਹੁੰਦੇ ਰਹੇ। ਅੱਛਾ, ਜਦੋਂ ਪੁਲਿਸ ਨੇ ਤੁਹਾਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ 6 ਮਹੀਨੇ ਦੀ ਹਿਰਾਸਤ ਤੋਂ ਬਾਅਦ, ਫਿਰ ਕਿਵੇਂ ਖਹਿੜਾ ਛੁੱਟਾ ਪੁਲਿਸ ਤੋਂ? ਵੀਰ ਜੀ ਖਹਿੜਾ ਫਿਰ ਐਵੇਂ, ਫਿਰ ਜਦੋਂ ਇਹਨਾਂ ਨੇ ਮੈਨੂੰ ਮਤਲਬ ਕਾਫੀ ਜਿਵੇਂ ਆਪਣੇ ਲਾਗੇ ਪਿੰਡਾਂ ਦੇ ਜਿਵੇਂ ਸਰਪੰਚ ਸਾਰਿਆਂ ਨੇ ਜਾਣਾ, ਸਾਡੇ ਚਾਚਾ ਜੀ ਸੀ ਇਹਨਾਂ ਨੇ, ਤੇ ਇੱਕ ਵਾਰ ਆਏ ਗਏ ਤੇ ਇਹਨਾਂ ਨੂੰ SSP ਨੇ ਬਹੁਤ ਇਹਨਾਂ ਨੂੰ ਗਾਲਾਂ ਕੱਢੀਆਂ ਵੀ ਬੜਾ ਮਾੜਾ ਚੰਗਾ ਬੋਲਿਆ। ਕਹਿੰਦੇ ਵੀ ਤੁਸੀਂ ਕਿਉਂ ਆਉਂਦੇ ਇਹਦੇ ਮਗਰ, ਅਸੀਂ ਇਹਨੂੰ ਨਹੀਂ ਛੱਡਣਾ, ਅਸੀਂ ਜੇ ਇਹਨੂੰ ਅਸੀਂ ਛੱਡਣਾ ਤੇ ਅਸੀਂ ਇਹਦਾ ਵਿਆਹ ਕਰਕੇ ਛੱਡਣਾ।
ਅੱਛਾ ਵੀ ਅਸੀਂ ਇਹਨੂੰ ਇਸ ਤਰ੍ਹਾਂ ਨਹੀਂ ਛੱਡਣਾ, ਇਹਨੇ ਘਰ ਨਹੀਂ ਰਹਿਣਾ, ਇਹਨੇ ਭਗੌੜੀ ਹੋ ਜਾਣਾ, ਇਹ ਇਸ ਤਰ੍ਹਾਂ। ਤੇ ਸਾਡੇ ਮਤਲਬ ਚਾਚਾ ਜੀ ਉਹ ਕਹਿੰਦੇ ਵੀ ਨਹੀਂ ਐਵੇਂ ਦਾ ਕੁਝ ਨਹੀਂ ਹੁੰਦਾ। ਤੇ ਕਹਿੰਦੇ ਨਹੀਂ ਅਸੀਂ ਫਿਰ ਉਹ ਜਿਹੜੇ ਸਾਡੇ ਚਾਚਾ ਜੀ ਸੀ ਉਹ ਕਹਿੰਦੇ ਫਿਰ ਜੇ ਤੁਸੀਂ ਨਹੀਂ ਛੱਡਣਾ ਨਾ ਤੇ ਫਿਰ ਇਹਨੂੰ ਤੁਸੀਂ ਮਾਰ ਦਿਓ। ਅੱਛਾ ਵੀ ਫਿਰ ਜੇ ਤੁਸੀਂ ਇਹ ਗੱਲ ਕਹਿੰਦੇ ਨਾ ਵੀ ਇਹਦਾ ਮਤਲਬ ਵੀ ਵਿਆਹ ਕਰਕੇ ਇਹਨੂੰ ਛੱਡਣਾ ਤੇ ਫਿਰ ਇਹਨੂੰ ਤੁਸੀਂ ਮਾਰ ਦਿਓ। ਅਸੀਂ ਤੁਹਾਨੂੰ ਵਿਆਹ ਕਰਨ ਲਈ ਵੈਸੇ ਕਹਿੰਦੇ ਰਹੇ ਪੁਲਿਸ ਅਫਸਰ? ਹਾਂ ਵੀਰ ਜੀ, ਮੈਨੂੰ ਕਹਿੰਦੇ ਸੀ ਵੀ ਤੂੰ ਮਤਲਬ ਭਗੌੜੀ ਹੋ ਜਾਣਾ, ਤੂੰ ਘਰ ਨਹੀਂ ਰਹਿਣਾ। ਤੇ ਮੈਂ ਕਿਹਾ ਵੀ ਮੈਂ ਭਗੌੜੀ ਨਹੀਂ, ਵੀ ਮੈਂ ਹੁਣ ਨਹੀਂ ਮੈਂ ਭਗੌੜੀ ਹੋਣਾ, ਕਿਉਂਕਿ ਮੈਂ ਆਪਣੀ ਬੇਟੀ ਨੂੰ ਸੰਭਾਲੂੰਗੀ, ਹਾਂ ਮੈਂ ਆਪਣੀ ਬੱਚੀ ਨੂੰ। ਜਿਹਦੇ ਨਾਲ ਮੈਂ ਭਗੌੜਾ ਹੋ ਕੇ ਜ਼ਿੰਦਗੀ ਗੁਜ਼ਾਰੀ ਆ ਉਹ ਨਹੀਂ ਰਿਹਾ ਦੁਨੀਆ 'ਚ, ਹੁਣ ਮੈਂ ਕਿਹਦੇ ਨਾਲ ਭਗੌੜੇ? ਹਾਂਜੀ ਮੈਂ ਵੀਰ ਜੀ ਇਹੀ ਆਖਿਆ, ਮੈਂ ਕਿਹਾ ਵੀ ਮੇਰੀ ਉਹਦੇ ਨਾਲ ਮੈਰਿਜ ਹੋਈ ਸੀ ਤੇ ਮੇਰੇ ਵਾਸਤੇ ਤੇ ਜੋ ਕੁਝ ਵੀ ਹੈਗਾ ਸੀ ਉਹ ਹੀ ਸੀ। ਇਸ ਤੋਂ ਬਾਅਦ ਵੀ ਮੇਰੇ ਮਤਲਬ ਜ਼ਿੰਦਗੀ 'ਚ ਮੈਂ ਕੋਈ ਨਹੀਂ ਚਾਹੁੰਦੀ ਕਿ ਮੈਂ ਦੁਬਾਰਾ ਵਿਆਹ ਕਰਾਵਾਂ ਜਾਂ ਕੁਝ ਵੀ ਆ। ਤੇ ਫਿਰ ਵੀਰ ਜੀ ਉਹਨਾਂ ਨੇ ਇੰਨਾ ਜ਼ਿਆਦਾ ਦਬਾਅ ਬਣਾਇਆ ਤੇ ਵੀ ਕਹਿਣ ਇਸ ਤਰ੍ਹਾਂ ਅਸੀਂ ਛੱਡਣਾ ਨਹੀਂ ਆ। ਫਿਰ ਇਹਨਾਂ ਨੇ ਨਾ ਜਿਹੜੇ ਜਿਵੇਂ ਮੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਸੀ, ਇਸ ਚੀਜ਼ ਨੂੰ ਮੈਨੂੰ 3-4 ਮਹੀਨੇ ਹੋ ਗਏ ਸੀ ਫੜੀ ਨੂੰ। ਤੇ ਇਹਨਾਂ ਨੇ ਫਿਰ ਮਤਲਬ ਇਹਨਾਂ ਨੂੰ ਕਹਿਣ ਤੇ ਫਿਰ ਜਿਵੇਂ ਵੀ ਅਸੀਂ ਇਹਨੂੰ ਛੱਡਣਾ ਨਹੀਂ ਆ, ਚਾਹੇ ਤੁਸੀਂ ਇਹਦਾ ਘਰ ਦੇ ਵਿੱਚ ਤੁਸੀਂ ਵਿਆਹ ਕਰੋ, ਜੇ ਘਰ 'ਚ ਕੋਈ ਮਤਲਬ ਹੈਗਾ ਮੈਂਬਰ। ਇਹਨਾਂ ਨੇ ਕਿਹਾ ਵੀ ਸਾਡੇ ਘਰ ਦੇ ਵਿੱਚ ਤਾਂ ਕੋਈ ਅਨਮੈਰਿਡ ਹੈ ਨਹੀਂ। ਤੇ ਫਿਰ ਜਿਵੇਂ ਹੁਣ ਇਹ ਸਿਆਣੇ ਬੰਦੇ ਜਾਂਦੇ ਸੀ ਉੱਥੇ ਉਹਨਾਂ ਦੇ ਕੋਲ ਜਦੋਂ ਗੱਲਬਾਤ ਕਰਦੇ ਸੀ, ਫਿਰ ਸਾਡੇ ਚਾਚਾ ਜੀ ਨੇ ਕਿਹਾ ਵੀ ਚਲੋ ਅਸੀਂ ਐਂ ਕਰਾਂਗੇ ਵੀ ਅਸੀਂ ਬਾਹਰ ਨਹੀਂ ਜਾਣ ਦੇਣਾ, ਇਹ ਸਾਡੇ ਪਰਿਵਾਰ ਦੀ ਇੱਜ਼ਤ ਆ। ਤੇ ਇੱਕ ਗੱਲ ਵੀਰ ਜੀ, ਹੋਰ ਇਸ ਪਰਿਵਾਰ ਨੇ ਮੇਰੀ ਬਹੁਤ ਰਿਸਪੈਕਟ ਕੀਤੀ, ਬਹੁਤ ਇੱਜ਼ਤ ਕੀਤੀ, ਮੈਨੂੰ ਬੜੇ ਵਧੀਆ ਤਰੀਕੇ ਨਾਲ ਇਹਨਾਂ ਸੰਭਾਲਿਆ। ਤੇ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਵੀ ਘਰ ਦੇ ਵਿੱਚ ਜਿਵੇਂ ਇਹ ਪਾੜਾ ਸਾਹਿਬ ਦੇ ਵੱਡੇ ਭਰਾ ਆ, ਅਸੀਂ ਉਹਦੇ ਨਾਲ ਇਹਦੀ ਅਸੀਂ ਮੈਰਿਜ ਕਰ ਸਕਦੇ ਹਾਂ। ਵੀ ਜਿਵੇਂ ਅਸੀਂ ਕਿਉਂਕਿ ਇਹ ਵੀ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ, ਇਹਨਾਂ ਦੇ ਵੀ ਬੱਚੇ ਸੀ। ਤੇ ਫਿਰ ਉਹ ਕਹਿਣ ਵੀ ਇਹ ਇਸ ਤਰ੍ਹਾਂ ਹੋ ਨਹੀਂ ਸਕਦਾ, ਵੀ ਇਹ ਉਹ ਦੂਜੀ ਭੈਣ ਜੀ ਵੱਲੋਂ ਵੀ ਐਵੇਂ ਤਾਂ ਕੋਈ ਦੂਜੀ ਨੂੰ ਕੋਈ ਬਰਦਾਸ਼ਤ ਨਹੀਂ ਕਰਦਾ। ਪਰ ਲੇਕਿਨ ਮੈਨੂੰ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ, ਇਹ ਬਾਹਰ ਗੱਲਾਂ ਚੱਲ ਰਹੀਆਂ। ਤੇ ਬਾਅਦ ਦੇ ਵਿੱਚ ਮੈਨੂੰ ਉਹ ਕਹਿਣ ਵੀ ਤੂੰ ਕਹਿ ਵੀ ਮੈਂ ਬਾਅਦ 'ਚ ਮੈਨੂੰ ਕਹਿੰਦੇ ਵੀ ਅਸੀਂ ਤੈਨੂੰ ਐਵੇਂ ਨਹੀਂ ਛੱਡਣਾ, ਜੇ ਤੂੰ ਵਿਆਹ ਕਰਾਏਂਗੀ ਤੇ ਫਿਰ ਅਸੀਂ ਤੈਨੂੰ ਛੱਡਣਾ। ਮੈਂ ਕਿਹਾ ਵੀ ਮੈਂ ਵਿਆਹ ਨਹੀਂ ਕਰਾਉਣਾ, ਤੁਸੀਂ ਮੈਨੂੰ ਮਾਰ ਦਿਓ। ਮੈਂ ਐਵੇਂ ਕਿਹਾ, ਮੈਂ ਕਿਹਾ ਮੈਂ ਨਹੀਂ ਵਿਆਹ ਕਰਾਉਣਾ, ਤੁਸੀਂ ਮੈਨੂੰ ਮਾਰ ਦਿਓ। ਫਿਰ ਇਹਨਾਂ ਨੂੰ ਮੈਨੂੰ ਮਿਲ ਨਹੀਂ ਸੀ ਦਿੰਦੇ, ਪਰਿਵਾਰ ਦੇ ਕਿਸੇ ਮੈਂਬਰ ਨੂੰ ਮੈਨੂੰ ਨਹੀਂ ਸੀ ਮਿਲਣ ਦਿੰਦੇ। ਫਿਰ ਇਹਨਾਂ ਨੇ ਇਹ ਮੈਨੂੰ ਕਿਸੇ ਤਰੀਕੇ ਨਾਲ ਫਿਰ ਮਿਲੇ। ਫਿਰ ਮੈਨੂੰ ਉਹ ਜਿਹੜੇ ਸਾਡੇ ਚਾਚਾ ਜੀ ਉਹ ਮੈਨੂੰ ਕਹਿੰਦੇ ਵੀ ਹਰਜੀਤ ਤੂੰ ਐਵੇਂ ਨਹੀਂ ਵੀ ਇਹਨਾਂ ਨੇ ਛੱਡਣਾ, ਤੇ ਤੂੰ ਇੱਕ ਵਾਰ ਇਹ ਗੱਲ ਕਹਿ ਦੇ ਵੀ ਮੈਂ ਮਤਲਬ ਵਿਆਹ ਕਰਾ ਲਾਂਗੀ। ਵੀ ਇਸ ਤਰ੍ਹਾਂ ਸਾਡੇ ਕੋਲੋਂ ਵੀ ਹੁਣ ਰੋਜ਼ ਮਗਰ ਨਹੀਂ, ਅਸੀਂ ਕਿਸ ਤਰ੍ਹਾਂ ਲੋਕਾਂ ਨੂੰ ਅਸੀਂ ਕਹੀਏ ਅਸੀਂ ਨਾਲ ਲੈ ਕੇ ਆਈਏ। ਫਿਰ ਮੈਨੂੰ ਉਹਨੇ ਨਾ ਫਿਰ ਪੁੱਛਿਆ, ਇਹਨਾਂ ਨੇ ਖੂਬੀ ਰਾਮ ਹੀ ਸੀ, ਤੇ ਮੈਨੂੰ ਕਹਿੰਦੇ ਵੀ ਤੂੰ ਮਤਲਬ ਕਿਸ ਤਰ੍ਹਾਂ ਕਰਨੀ ਆ। ਮੈਂ ਕਿਹਾ ਵੀ ਮੈਂ ਚਲੋ ਜਿਵੇਂ ਮੇਰੇ ਘਰ ਦੇ ਕਹਿੰਦੇ ਆ। ਮੈਂ ਫਿਰ ਵੀ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਮੈਂ ਵਿਆਹ ਕਰਾ ਲੂੰ, ਮੈਂ ਕਿਹਾ ਜਿਵੇਂ ਉਹ ਕਹਿੰਦੇ ਆ ਵੀ ਮੈਂ ਉਸ ਤਰ੍ਹਾਂ ਮੈਨੂੰ ਠੀਕ ਆ। ਤੇ ਫਿਰ ਇਹਨਾਂ ਨੇ ਮੈਨੂੰ ਫਿਰ ਵੀ ਨਹੀਂ ਛੱਡਿਆ। ਫਿਰ ਇਹਨਾਂ ਨੂੰ ਬੁਲਾ ਲਿਆ, ਫਿਰ ਸਾਡੇ MLA ਸੀ ਉਹਨੂੰ ਇਹ ਲੈ ਕੇ ਗਏ, ਤੇ ਉਹਨੂੰ ਲੈ ਕੇ ਗਏ ਤੇ ਮੈਨੂੰ ਛੱਡਣ ਲੱਗੇ। ਤੇ ਉਹ ਸੈਨ ਸਾਰਿਆਂ ਕੋਲ ਕਰਵਾਏ, ਜਿਵੇਂ ਪਿੰਡ ਦੇ ਇਹ ਸਰਪੰਚ ਸੀ ਇੱਥੋਂ ਦੇ, ਸ਼ਾਇਦ ਕਾਲੀਏ ਦੇ, ਕਲੰਜਰਾਂ ਦੇ, ਇਹ ਇਸ ਤਰ੍ਹਾਂ ਸਾਰੇ ਸੀ। ਤੇ ਉਹ ਜਦੋਂ ਸਾਈਨ ਕਰਨ ਲੱਗੇ ਨਾ ਜਿਹੜੇ ਉਹ ਪੇਪਰ ਜੇ ਉਹਨਾਂ ਨੇ ਬਣਾ ਲਏ, ਕਹਿੰਦੇ ਵੀ ਉਹਨੂੰ ਕਹਿੰਦੇ ਵੀ MLA ਸਾਹਿਬ ਵੀ ਇਹ ਦੇਖ ਲਓ ਕਦੀ ਅਨਾਰ ਸਿੰਘ ਪਾੜਾ ਵੀ ਮਤਲਬ ਸਾਨੂੰ ਮਾਰ ਕੇ ਸਾਡੀਆਂ ਜ਼ਿੰਮੇਵਾਰੀਆਂ ਚੁੱਕਦਾ ਸੀ, ਤਾਂ ਅੱਜ ਅਨਾਰ ਸਿੰਘ ਪਾੜੇ ਦੀ ਜ਼ਿੰਮੇਵਾਰੀ ਤਾਂ ਅਸੀਂ ਚੱਕਣ ਲੱਗੇ। ਅੱਛਾ। ਤੇ ਉਹਨਾਂ ਨੇ ਨਹੀਂ ਕੀਤੇ ਸਾਈਨ। ਅੱਛਾ। ਕਹਿੰਦੇ ਤੁਸੀਂ ਆਪਣੀ ਮਤਲਬ ਤੁਸੀਂ ਆਪਣਾ ਜੋ ਵੀ ਕਰਨਾ ਤੁਸੀਂ ਕਰ ਲਓ। ਅੱਛਾ। ਉਹਨਾਂ ਨੂੰ ਵੀ ਇਹ ਹੋ ਗਿਆ ਵੀ ਸ਼ਾਇਦ ਉਹ ਕਹਿੰਦੇ ਹੋਣਗੇ ਕੱਲ੍ਹ ਨੂੰ ਇਹ ਨਾ ਘਰ ਦੇ ਵਿੱਚ ਰਹੀ ਜਾਂ ਕਿਸ ਤਰ੍ਹਾਂ ਹੋ ਹੀ ਜਾਂਦਾ ਵੀ ਫਿਰ ਮਤਲਬ ਔਖਾ ਹੋ ਜੂ ਸਾਨੂੰ। ਤੇ ਫਿਰ ਵੀਰ ਜੀ ਮੈਨੂੰ ਉਹਨਾਂ ਨੇ ਨਹੀਂ ਛੱਡਿਆ। ਅੱਛਾ। ਫਿਰ ਰੱਖ ਲਿਆ ਮੈਨੂੰ ਉਹਨਾਂ ਨੇ। ਤੇ ਫਿਰ ਮੈਨੂੰ ਫਿਰ ਉਹੀ ਪੁੱਛ ਗਿੱਛ 'ਚ ਸਾਰਾ ਕੁਝ। ਤੇ ਫਿਰ ਮੈਨੂੰ ਇੱਕ ਦਿਨ ਖੂਬੀ ਰਾਮ ਕਹਿੰਦਾ, ਬੁਲਾ ਲਿਆ ਮੈਨੂੰ ਕਹਿੰਦਾ ਜੇ ਤੈਨੂੰ ਮਾਰ ਦਈਏ ਤੇ ਤੇਰੀ ਕੋਈ ਆਖਰੀ ਖਾਹਿਸ਼ ਤੇਰੇ ਮਨ ਦੀ। ਅੱਛਾ। ਮੈਂ ਕਿਹਾ ਮੇਰੀ ਤਾਂ ਕੋਈ ਵੀ ਖਾਹਿਸ਼ ਨਹੀਂ, ਵੀ ਮੇਰੀ ਕੋਈ ਖਾਹਿਸ਼ ਨਹੀਂ। ਕਹਿੰਦਾ ਫਿਰ ਵੀ ਦੱਸ ਦੇ ਵੀ ਜੇ ਤੈਨੂੰ ਅਸੀਂ ਮਾਰ ਦਈਏ, ਤੂੰ ਕਿਸੇ ਨੂੰ ਮਿਲਣਾ ਚਾਹੁੰਦੀ ਹੋਵੇਂ, ਤੂੰ ਕੁਛ ਵੀ ਦੱਸ। ਮੈਂ ਕਿਹਾ ਵੀ ਚਲੋ ਜੇ ਤੁਸੀਂ ਮੈਨੂੰ ਪੁੱਛਦੇ ਹੀ ਜੋ, ਫਿਰ ਮੇਰੀ ਬੇਟੀ ਮੈਨੂੰ ਇੱਕ ਵਾਰ ਮਿਲਾ ਦਿਓ। ਅੱਛਾ। ਤੇ ਮੈਨੂੰ ਕਹਿੰਦਾ ਵੀ
ਅੱਛਾ ਮਤਲਬ ਉਹ ਜਿਵੇਂ ਸੋਚੀ ਜੇ ਪੈ ਗਿਆ। ਫਿਰ ਮੈਨੂੰ ਬਾਅਦ ਚ ਕਹਿੰਦਾ ਵੀ ਤੂੰ ਆਪਣੀ ਬੇਟੀ ਨੂੰ ਕਿਉਂ ਮਿਲਣਾ ਚਾਹੁੰਦੀ? ਕਹਿੰਦਾ ਤੇਰੀ ਬੇਟੀ ਨੂੰ ਤੇ ਕੁਛ ਯਾਦ ਨਹੀਂ ਹੋਣਾ, ਉਹਨੂੰ ਤਾਂ ਯਾਦ ਚੇਤਾ ਹੀ ਭੁੱਲ ਗਿਆ ਹੋਣਾ ਵੀ ਮੇਰੀ ਮੰਮੀ ਆ। ਮੈਂ ਕਿਹਾ ਵੀ ਚਲੋ ਸਰ ਉਹਨੂੰ ਤੇ ਚੇਤਾ ਭੁੱਲ ਗਿਆ, ਪਰ ਮੈਨੂੰ ਪਤਾ ਵੀ ਮੇਰੀ ਬੇਟੀ ਆ, ਮੈਂ ਮਾਂ ਆ ਨਾ, ਮੈਨੂੰ ਪਤਾ ਨਾ ਉਹ ਮੇਰੀ ਬੇਟੀ ਆ। ਮੈਂ ਕਿਹਾ ਮੈਂ ਬਸ ਉਹਨੂੰ ਮਿਲਣਾ ਚਾਹੁੰਦੀ, ਜੇ ਤੁਸੀਂ ਮੈਨੂੰ ਮਿਲਾਉਣਾ ਮਿਲਾ ਦਿਓ, ਜੇ ਨਹੀਂ ਤੇ ਤੁਹਾਡਾ ਮਨ। ਫਿਰ ਮੈਨੂੰ ਕਹਿੰਦਾ ਤੂੰ ਉਹਨੂੰ ਕਿਉਂ ਮਿਲਣਾ ਚਾਹੁੰਦੀ ਆ? ਮੈਂ ਕਿਹਾ ਉਹ ਨਾਰ ਸਿੰਘ ਪਾੜੇ ਦੀ ਬੇਟੀ ਆ, ਉਹਦੇ ਵਿੱਚ ਉਹਦਾ ਬਲੱਡ ਆ, ਮੈਂ ਤਾਂ ਉਹਨੂੰ ਮਿਲਣਾ ਚਾਹੁੰਦੀ। ਕਹਿੰਦਾ ਅੱਛਾ ਠੀਕ ਹੈ। ਬਸ ਫਿਰ ਮੈਨੂੰ ਕਹਿੰਦਾ ਠੀਕ ਹੈ ਕੋਈ ਨਾ ਮਿਲਾ ਦਾਂਗੇ। ਤੇ ਫਿਰ ਉਸ ਤੋਂ ਬਾਅਦ ਫਿਰ ਪਤਾ ਨਹੀਂ ਉਹ ਉਹਨਾਂ ਦੇ ਕਹਿਣ 'ਤੇ ਜਾਂ ਕਿਸ ਤਰ੍ਹਾਂ ਫਿਰ ਮੈਨੂੰ ਮੇਰੀ ਬੇਟੀ ਨੂੰ ਉੱਥੇ ਮਿਲਾ ਕੇ ਲੈ ਕੇ ਆਏ। ਅੱਛਾ। ਤੇ ਉਦੋਂ ਮੈਂ ਜਦੋਂ ਮੇਰੇ ਕੋਲ ਉਹ ਆਈ ਸੀ ਉੱਥੋਂ, ਉਹਨਾਂ ਨੇ ਇਹਨੂੰ ਭੇਜ ਦਿੱਤਾ ਸੀ ਇੱਥੇ ਪਿੰਡ ਇਹਨਾਂ ਕੋਲ, ਉਦੋਂ ਉਹ ਤੁਰਦੀ ਨਹੀਂ ਸੀ। ਤੇ ਜਦੋਂ ਦੁਬਾਰਾ ਮੈਨੂੰ ਇਹ ਸੀ ਸਟਾਫ 'ਚ ਮਿਲਾਉਣ ਵਾਸਤੇ ਲੈ ਕੇ ਗਏ, ਉਦੋਂ ਉਹ ਤੁਰਨ ਲੱਗ ਗਈ ਸੀ। ਤੇ ਉਹਨੂੰ ਵੈਸੇ ਯਾਦ ਭੁੱਲ ਗਿਆ ਸੀ ਕਿ ਮੇਰੀ ਮੰਮੀ ਆ, ਮੇਰੇ ਕੋਲ ਤਾਂ ਆਉਂਦੀ ਨਹੀਂ ਸੀ। ਤੇ ਉਹ ਸਾਰੀਆਂ ਦੇਖ ਕੇ ਨਾ ਸਾਰਿਆਂ ਨੂੰ ਬੜਾ ਹੋਇਆ ਵੀ ਇਹ ਤੇ ਬੇਟੀ ਤੇ ਇਹਦੇ ਕੋਲ ਆਉਂਦੀ ਨਹੀਂ, ਵੀ ਉਹਨਾਂ ਨੂੰ ਬੜਾ ਮਹਿਸੂਸ ਜਿਹਾ ਹੋਇਆ। ਤੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਚੱਲ ਤੂੰ ਐ ਕਰ, ਜੇ ਮੇਰੇ ਕੋਲ ਨਹੀਂ ਆਉਣਾ ਤੇ ਫਿਰ ਮੈਨੂੰ ਤੁਰ ਕੇ ਤੇ ਵਿਖਾ ਦੇ। ਤੇ ਫਿਰ ਉਹ ਵੀ ਬੜਾ ਨਿੱਕੇ ਨਿੱਕੇ ਪੈਰਾਂ ਜਿਹਾ ਨਾ ਮੇਰੇ ਕੋਲ, ਉਹਨੂੰ ਇਹ ਸੀ ਵੀ ਇਹ ਪਤਾ ਨਹੀਂ ਕੌਣ ਆ, ਮੇਰੇ ਕੋਲੋਂ ਮੇਰੇ ਹੱਥਾਂ 'ਚੋਂ ਨਿਕਲ ਕੇ ਭੱਜ ਕੇ ਕਿੰਨੀ ਦੂਰ ਜਾ ਕੇ ਖੜ ਗਈ। ਤੇ ਮੈਂ ਕਿਹਾ ਚਲੋ, ਫਿਰ ਮੈਂ ਕਿਹਾ ਚਲੋ ਹੁਣ ਜੇ ਤੁਸੀਂ ਮੈਨੂੰ ਮਾਰ ਵੀ ਦਿਓਗੇ ਨਾ, ਹੁਣ ਮੇਰੀ ਕੋਈ ਖਾਸ਼ ਨਹੀਂ, ਵੀ ਮੈਂ ਇੰਨਾ ਮੈਂ ਦੇਖ ਲਿਆ ਕਿ ਮੇਰੀ ਬੇਟੀ ਆਪਣੇ ਪੈਰਾਂ ਤੇ ਆ ਗਈ। ਹਾਂ ਵੀ ਤੁਰਨ ਲੱਗ ਗਈ। ਤੇ ਗੱਲ ਵਾਕਿਆ ਹੀ ਕਿਤੇ ਪਤੀ ਦਾ ਵਿਛੋੜਾ, ਕਿਤੇ ਬੇਟੀ ਦਾ, ਕਿਤੇ ਪੁਲਿਸ ਦਾ ਤਸ਼ੱਦਦ, ਕਿਤੇ ਕੀ ਕੁਛ ਆ, ਕਿੰਨੇ ਰੰਗ ਨੇ ਇਸ ਜ਼ਿੰਦਗੀ ਦੇ ਔਰ ਇੰਨੇ ਖਤਰਨਾਕ। ਤੇ ਜ਼ਿੰਦਗੀ ਆਪ ਚੁਣੀ ਕਿ ਮੈਨੂੰ ਇੱਕ ਸੰਘਰਸ਼ੀ ਯੋਧੇ ਨੂੰ ਹੀ ਮੈਂ ਆਪਣਾ ਇੱਕ ਜੀਵਨ ਸਾਥੀ ਬਣਾਉਣਾ ਚਾਹੁੰਦੀ ਹਾਂ। ਤੇ ਇਸ ਦਿਨ ਮੇਰੀ ਮੈਰਿਜ ਹੋਈ ਵੀਰ ਜੀ। ਉਸ ਦਿਨ ਵੇਖਣਾ ਮੇਰੇ ਵੈਸੇ ਉਹ ਵਿਆਹ ਦੀ ਜਿਹੜੀ ਸਾਡੀ ਨਾ ਮਤਲਬ ਮੂਵੀ ਸੀ ਉਹ ਬਣੀ ਸੀ। ਅੱਛਾ। ਜੇ ਤੁਸੀਂ ਮੇਰੇ ਕੋਲ ਹਰ ਜਿੰਨੇ ਕਿਸੇ ਨੇ ਦੇਖੀ ਉਹ ਲੈ ਗਿਆ। ਇਸ ਟਾਈਮ ਤੇ ਮੇਰੇ ਕੋਲ ਕੋਈ ਉਹਦਾ ਰਹਿ ਹੀ ਨਹੀਂ। ਮੈਂ ਕਈਆਂ ਨੂੰ ਇਸ ਚੀਜ਼ ਦੀ ਬੇਨਤੀ ਕਰ ਚੁੱਕੀ ਕਿ ਮੇਰੇ ਕੋਲ ਇੱਕ ਉਹ ਆਖਰੀ ਨਿਸ਼ਾਨੀ ਸੀ ਤੇ ਮੈਨੂੰ ਤੁਸੀਂ ਉਹ ਦਿਓ, ਪਰ ਮੈਨੂੰ ਅਜੇ ਉਹ ਮਿਲ ਨਹੀਂ ਰਹੀ।